ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼। ਨਮਸਕਾਰ, ਦੈਨਿਕ ਸਵੇਰਾ ਟੀਵੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਪਮਿਲ ਪਾਟਿਆ। ਪਿਛਲੇ ਦਿਨਾਂ ਦੌਰਾਨ ਪੰਜਾਬ ਸਰਕਾਰ ਦੀ ਕਾਫੀ ਆਲੋਚਨਾ ਹੋਈ ਕਿ ਪੰਜਾਬ ਸਰਕਾਰ ਮੋਟਰਾਂ ਤੇ ਦਿੱਤੀ ਜਾ ਰਹੀ ਫ੍ਰੀ ਸਬਸਿਡੀ ਬਿਜਲੀ ਦੀ ਜਿਹੜੀ ਸਹੂਲਤ ਹੈ ਉਹ ਵਾਪਸ ਲੈਣ ਜਾ ਰਹੀ ਹੈ। ਹਾਲਾਂਕਿ ਸਮੇਂ ਸਿਰ ਸਰਕਾਰ ਨੇ ਯੂ ਟਰਨ ਲੈ ਲਿਆ, ਪਰ ਦੁਬਾਰਾ ਪੰਜਾਬ ਸਰਕਾਰ ਦੇ ਉੱਤੇ ਇੱਕ ਬਹੁਤ ਵੱਡੇ ਮੁੱਦੇ ਨੂੰ ਲੈ ਕੇ ਇੱਕ ਲੈਟਰ ਬੰਬ ਡਿੱਗਾ ਹੈ, ਜਿਸ ਨੂੰ ਕਾਂਗਰਸ ਦੇ 3 ਵਿਧਾਇਕਾਂ ਫਤਿਹ ਜੰਗ ਸਿੰਘ ਬਾਜਵਾ, ਜੋਗਿੰਦਰ ਪਾਲ ਤੇ ਬਲਵਿੰਦਰ ਲਾਡੀ ਦੇ ਨਾਲ ਇੱਕ ਰਾਜ ਸਭਾ ਸਾਂਸਦ ਪ੍ਰਤਾਪ ਸਿੰਘ ਬਾਜਵਾ ਨੇ ਸੁੱਟਿਆ। ਇਸ ਚਿੱਠੀ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਜਿਹੜੇ ਕਿਸਾਨ ਗੰਨੇ ਦੀ ਕਾਸ਼ਤ ਕਰਦੇ ਨੇ ਉਹਨਾਂ ਦੀ ਜਿਹੜੀ ਬਕਾਇਆ ਰਾਸ਼ੀ ਹੈਗੀ ਹੈ 681 ਕਰੋੜ ਦੇ ਕਰੀਬ, ਉਸ ਨੂੰ ਤੁਰੰਤ ਜਿਹੜਾ ਹੈਗਾ ਉਹ ਜਾਰੀ ਕੀਤਾ ਜਾਏ। ਹਾਲਾਂਕਿ ਜ਼ਿਆਦਾਤਰ ਸ਼ੂਗਰ ਮਿਲਾਂ ਦੀ ਪੇਮੈਂਟ ਹੋ ਚੁੱਕੀ ਹੈ, ਪਰ ਗੰਨਾ ਦੇ ਕਾਸ਼ਤਕਾਰ ਹੁਣ ਆਪਣੀ ਪੇਮੈਂਟ ਦੇ ਲਈ ਇਹਨਾਂ ਦੇ ਪਿੱਛੇ ਫਿਰ ਰਹੇ ਨੇ। ਅਜਿਹੀ ਸਥਿਤੀ ਆਖਿਰਕਾਰ ਕਿਉਂ ਬਣਦੀ ਹੈ? ਕਿਉਂਕਿ 2018 ਦੇ ਵਿੱਚ ਵੀ ਗੰਨੇ ਦੇ ਹੀ ਕਿਸਾਨਾਂ ਨੇ ਵੱਡੇ ਧਰਨੇ ਪੰਜਾਬ ਦੇ ਵਿੱਚ ਲਾਏ ਸੀ, ਉਸ ਤੋਂ ਬਾਅਦ ਉਹਨਾਂ ਦੀ ਪੇਮੈਂਟ ਹੋਈ ਸੀ। ਧਰਨੇ ਮੁਜ਼ਾਹਰਿਆਂ ਤੋਂ ਪਹਿਲਾਂ ਕਿਸਾਨਾਂ ਦੀ ਸੁਣਵਾਈ ਆਖਰ ਕਿਉਂ ਨਹੀਂ ਹੁੰਦੀ, ਔਰ ਕਿਉਂ ਆਪਣੇ ਹੀ ਪਾਰਟੀ ਦੇ ਵਿਧਾਇਕਾਂ ਨੂੰ ਲੋਕ ਹਿੱਤ ਦੇ ਵਿੱਚ ਜੇਕਰ ਕੋਈ ਫੈਸਲਾ ਕਰਵਾਉਣਾ ਹੋਵੇ ਆਪਣੀ ਸਰਕਾਰ ਦੇ ਕੋਲੋਂ, ਉਸ ਦੇ ਲਈ ਵੀ ਖੁੱਲੀਆਂ ਚਿੱਠੀਆਂ ਲਿਖਣੀਆਂ ਪੈਂਦੀਆਂ ਨੇ। ਇਸ ਮੁੱਦੇ ਨੂੰ ਲੈ ਕੇ ਚਰਚਾ ਕਰਾਂਗੇ। ਸਾਡੇ ਨਾਲ ਖਾਸ ਮਹਿਮਾਨ ਅੱਜ ਦੈਨਿਕ ਸਵੇਰਾ ਦੇ ਸਟੂਡੀਓ ਦੇ ਵਿੱਚ ਲਾਈਵ ਜੁੜ ਰਹੇ ਨੇ। ਫਤਿਹ ਜੰਗ ਸਿੰਘ ਬਾਜਵਾ ਕਾਂਗਰਸ ਦੇ ਵਿਧਾਇਕ ਸਾਡੇ ਨਾਲ ਲਾਈਵ ਜੁੜ ਰਹੇ ਨੇ। ਬਾਜਵਾ ਸਾਹਿਬ, ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ। ਸਾਡੇ ਨਾਲ ਡਾਕਟਰ ਦਲਜੀਤ ਸਿੰਘ ਚੀਮਾ ਜੁੜ ਰਹੇ ਨੇ। ਚੀਮਾ ਸਾਹਿਬ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵੀ। ਤੇ ਸਾਡੇ ਨਾਲ ਸਤਨਾਮ ਸਿੰਘ ਬਾੜੂ ਵੀ ਖਾਸ ਤੌਰ ਤੇ ਲਾਈਵ ਜੁੜ ਰਹੇ ਨੇ ਇਸ ਚਰਚਾ ਦੇ ਵਿੱਚ। ਬਾੜੂ ਸਾਹਿਬ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵੀ। ਫਤਿਹ ਜੀ, ਸਭ ਤੋਂ ਪਹਿਲਾਂ ਤੁਹਾਨੂੰ ਸਵਾਲ ਹੈਗਾ, ਮੇਰੀ ਆਵਾਜ਼ ਆ ਰਹੀ ਹੈ ਫਤਿਹ ਜੀ? ਹਾਂ, ਮੈਨੂੰ ਆ ਰਹੀ ਹੈ ਜੀ। ਬਾਜਵਾ ਸਾਹਿਬ, ਸਭ ਤੋਂ ਪਹਿਲਾਂ ਜਿਹੜੀ ਮੈਂ ਗੱਲ ਕਹੀ ਹੈ ਕਿ ਐਸੀ ਸਥਿਤੀ ਕਿਉਂ ਹੈਗੀ ਹੈ ਕਿ ਆਪਦੇ ਹੀ ਸਰਕਾਰ ਦੇ ਕੋਲੋਂ ਖੁੱਲੀਆਂ ਚਿੱਠੀਆਂ ਲਿਖ ਕੇ ਲੋਕ ਹਿੱਤ ਦੇ ਲਈ ਵੀ ਜੇ ਕੋਈ ਮੁੱਦਾ ਹੈਗਾ ਤਾਂ ਉਹਨੂੰ ਰੱਖਣਾ ਪਵੇ ਕਿ ਇਹਨਾਂ ਕਿਸਾਨਾਂ ਦੀ ਸੁਣੋ, ਕਿਉਂਕਿ ਸਰਕਾਰ, ਕਾਂਗਰਸ ਸਰਕਾਰ ਸ਼ੁਰੂ ਤੋਂ ਦਾਅਵਾ ਕਰਦੀ ਆ ਰਹੀ ਹੈ ਜਿਸ ਸਮੇਂ ਸਰਕਾਰ ਬਣੀ ਕਿ ਅਸੀਂ ਕਿਸਾਨਾਂ ਲਈ ਇਹ ਫੈਸਲੇ ਲਵਾਂਗੇ, ਉਹ ਲਵਾਂਗੇ, ਪਰ 2018 ਦੇ ਵਿੱਚ ਵੀ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਉਸ ਸਮੇਂ ਵੀ ਵੱਡੇ ਪ੍ਰੋਟੈਸਟ ਹੋਏ ਸੀਗੇ। ਤੇ ਹੁਣ ਦੁਬਾਰਾ ਜੇ ਲੋਕਡਾਊਨ ਨਾ ਹੁੰਦਾ, ਜੇ ਕਰਫਿਊ ਵਰਗੀ ਸਥਿਤੀ ਨਾ ਹੁੰਦੀ, ਤੇ ਮੈਨੂੰ ਲੱਗਦਾ ਫਿਰ ਉਸੇ ਪਾਸੇ ਨੂੰ ਜਾਂਦਾ ਹੈ ਰੁਖ। ਪਮਿਲ ਜੀ, ਪਹਿਲੇ ਤੇ ਮੈਂ ਸਾਰੇ ਤੁਹਾਡੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਕਹਿਣਾ। ਬੜਾ ਅੱਛਾ ਇੱਕ ਇਸ਼ੂ ਹੈ। ਗੱਲ ਇਹ ਹੈ ਵੀ ਸਮੇਂ ਸਿਰ ਜਦੋਂ ਸਰਕਾਰ ਜੀ ਦਾ ਇੱਕ ਪਾਣੀ ਦੇ ਰੁੱਖ ਨੂੰ ਲੈ ਕੇ ਇੱਕ ਗੱਲ ਸੀ ਵੀ ਜਿਹੜੀ ਕਣਕ ਔਰ ਝੋਨੇ ਦੀ ਰੋਟੇਸ਼ਨ ਨੂੰ, ਇਹ ਫਸਲ ਨੂੰ ਖਾਸ ਕਰਕੇ ਜਿਹੜਾ ਸਾਡਾ ਮਾਝੇ ਦਾ ਇਲਾਕਾ, ਬੇਟ ਦਾ ਇਲਾਕਾ ਹੈ, ਉੱਥੇ ਗੰਨੇ ਦੀ ਕਾਸ਼ਤ ਬੜੀ ਹੁੰਦੀ ਹੈ ਔਰ ਲੋਕਾਂ ਨੇ ਹੌਲੀ ਹੌਲੀ ਝੋਨੇ ਤੋਂ ਥੋੜੀ ਜੀ ਆਪਣੀ ਕਾਸ਼ਤ ਨੂੰ ਗੰਨੇ ਵੱਲ ਨੂੰ ਲੈ ਕੇ ਗਏ। ਇੱਥੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਪਿਛਲੇ 2 ਸਾਲਾਂ ਦਾ ਸਾਡੇ ਕਿਸਾਨਾਂ ਨਾਲ ਬਹੁਤ ਅਹਿਮ ਧੱਕਾ ਹੋ ਰਿਹਾ ਹੈ। ਸਾਡੇ ਏਰੀਏ ਦੀ ਹੀ ਇੱਕ ਸਾਡੀ ਆਪਣੀ, ਅਸੀਂ ਸਮਝਦੇ ਹਾਂ ਵੀ ਸਾਡੀ ਇੱਕ ਸ਼ੂਗਰ ਮਿਲ ਹੈ। ਉਹ ਸ਼ੂਗਰ ਕੀੜੀ ਅਫਗਾਨਾ ਦੇ ਵਿੱਚ AB ਗ੍ਰੇਨਸ ਦੇ ਨਾਂ ਦੀ ਸ਼ੂਗਰ ਮਿਲ ਦੀ 2-2 ਸਾਲ ਦਾ ਬਕਾਇਆ ਪੰਜਾਬ ਦੇ ਕਿਸਾਨਾਂ ਦਾ ਜੇ ਪਿਆ। ਅਸੀਂ ਮੈਂ ਖੁਦ ਕਈ ਵਾਰ ਚੀਫ ਮਿਨਿਸਟਰ ਸਾਹਿਬ ਦੇ ਸਾਹਮਣੇ ਇਹ ਮੁੱਦਾ ਲੈ ਕੇ ਆਇਆ ਵੀ ਤੁਸੀਂ ਵਿਸ਼ਵਜੀਤ ਖੰਨਾ ਜੀ ਜਿਹੜੇ ਪ੍ਰਿੰਸੀਪਲ ਸੈਕਟਰੀ ਨੇ, ਉਹਨਾਂ ਨੂੰ ਹਦਾਇਤ ਕਰਕੇ ਜਿਹੜੇ ਇਹ ਪ੍ਰਾਈਵੇਟ ਮਿੱਲਾਂ ਵਾਲੇ ਨੇ, ਇਹਨਾਂ ਨੇ ਪੰਜਾਬ ਦੇ ਕਿਸਾਨਾਂ ਦਾ ਪੈਸਾ 2 ਸਾਲ ਵਰਤਿਆ ਔਰ ਪੈਸਾ ਵਰਤ ਕੇ ਉਹਨਾਂ ਦੀ ਪੇਮੈਂਟ ਵੀ ਨਹੀਂ ਕਰ ਰਹੇ, ਤੇ ਇਹਨਾਂ ਤੇ ਕਿਸੇ ਨਾ ਕਿਸੇ ਤਰੀਕੇ ਦਾ ਪ੍ਰੈਸ਼ਰ ਪਾ ਕੇ ਇਹ ਪੇਮੈਂਟ ਕਰਾਈ ਜਾਏ ਜੀ। ਇਹ ਮੁੱਦਾ CM ਸਾਹਿਬ ਨੇ ਵਿਸ਼ਵਜੀਤ ਖੰਨਾ ਜੀ ਨਾਲ ਵੀ ਕੀਤਾ, ਸੁਰੇਸ਼ ਕੁਮਾਰ ਜੀ ਨਾਲ ਵੀ ਕੀਤਾ, ਪਰ ਉਹ ਟਸ ਤੋਂ ਮਸ ਨਹੀਂ ਹੋਏ। ਉਹ ਮਿੱਲਾਂ ਵਾਲੇ ਜਿਹੜੇ ਹੈਗੇ ਨੇ, ਉਹਨਾਂ ਨੇ ਪੰਜਾਬ ਦੇ ਲੋਕਾਂ ਦਾ, ਖਾਸ ਕਰਕੇ ਸਾਡੇ ਏਰੀਏ ਦੇ ਲੋਕਾਂ ਦਾ ਜਿਹੜਾ ਪੈਸਾ ਹੈ ਉਹ ਤਕਰੀਬਨ 90 ਕਰੋੜ ਰੁਪਈਆ ਸਿਰਫ ਕੀੜੀ ਅਫਗਾਨਾ ਦੀ ਮਿਲ ਦਾ ਹੀ, ਚੱਡਾ ਮਿਲ ਜਿਹੜੀ ਹੈਗੀ ਹੈ, ਉਹਨਾਂ ਦਾ ਬਕਾਇਆ ਪਿਆ। ਕੋਈ ਕਿਸਾਨ ਕੋਈ ਖਰਾਦ ਤੇ ਮੰਗ ਨਹੀਂ ਰਹੇ, ਕਿਸਾਨ ਤੇ ਆਪਣਾ ਹੱਕ ਮੰਗ ਰਹੇ ਨੇ।
ਤੇ ਜੇ ਉਹਨਾਂ ਦੇ ਹੱਕ ਨੂੰ ਆਪਾਂ ਨੂੰ ਦਿਵਾਉਣ ਲਈ ਇੰਨਾ ਜ਼ੋਰ ਲੱਗ ਰਿਹਾ ਤੇ ਕਿਉਂ ਲੱਗ ਰਿਹਾ? ਇਹ ਚਿੱਠੀ ਦਾ ਮਕਸਦ ਸਿਰਫ ਸੀਐਮ ਸਾਹਿਬ ਨੂੰ ਇੱਕ ਓਪਨ ਲੈਟਰ ਲੈ ਕੇ ਇਹ ਸੀ, ਕਿਉਂਕਿ ਜਦੋਂ ਅਸੀਂ ਲੋਕਾਂ ਦੇ ਵਿੱਚ ਜਾਂਦੇ ਆ ਆਪਣੇ ਕਿਸਾਨਾਂ ਕੋਲ, ਰੋਜ਼ ਸਾਨੂੰ ਸੈਂਕੜੇ ਬੰਦਿਆਂ ਦਾ, ਕਿਸਾਨਾਂ ਦਾ ਸਾਨੂੰ ਟੈਲੀਫੋਨ ਆਉਂਦਾ ਵੀ ਬਾਜਵਾ ਸਾਹਿਬ ਸਾਨੂੰ ਸ਼ੂਗਰ ਮਿਲ ਵਾਲੇ ਤੋਂ ਪੈਸਾ ਦਿਵਾਓ, ਕਿਸੇ ਗਰੀਬ ਦਾ, ਕਿਸੇ ਦਾ ਹਾਰਟ ਦਾ, ਕਿਸੇ ਦਾ ਆਪਰੇਸ਼ਨ ਹੋਣਾ ਹੈ, ਕਿਸੇ ਦੇ ਬਾਈ ਕੁਝ ਵੀ ਕੋਈ ਪ੍ਰੋਬਲਮ ਹੈ, ਲੋਕਾਂ ਦੀਆਂ 2-2 4-4 ਗਰੀਬ ਕਿਸਾਨਾਂ ਦੀਆਂ ਪਰਚੀਆਂ ਦੇ ਪੈਸੇ ਪਏ ਨੇ, ਪੈਸੇ ਨਹੀਂ ਮਿਲਦੇ। ਸੋ ਇਹ ਇੱਕ ਸਾਡਾ ਮਕਸਦ ਸੀ ਵੀ ਜਿਹੜੇ ਪ੍ਰਾਈਵੇਟ ਮਿਲਰਸ ਨੇ, ਪ੍ਰਾਈਵੇਟ ਮਿਲ ਵਾਲਿਆਂ ਨੂੰ, ਔਰ ਕੋਆਪਰੇਟਿਵ ਮਿਲਾਂ ਦਾ ਵੀ, ਔਰ ਮੈਂ ਇੱਥੇ ਦੱਸਣਾ ਚਾਹੁੰਦਾ ਵੀ ਕੋਆਪਰੇਟਿਵ ਮਿਲਾਂ ਦਾ ਕਾਫੀ ਹੱਦ ਤੱਕ ਜਿਹੜਾ ਪੈਸਾ ਹੈ ਉਹ ਕਿਸਾਨਾਂ ਨੂੰ ਜਾ ਚੁੱਕਾ ਹੈ। ਜਿਹੜਾ ਪ੍ਰਾਈਵੇਟ ਮਿਲਾਂ ਵਾਲਿਆਂ ਨੇ ਅਜੇ ਵੀ ਜਿਹੜਾ ਹੈਗਾ ਉਹ ਗੰਨੇ ਦੀ ਜਿਹੜੀ ਹੈ ਨਾ ਦੇ ਹੈ ਵੀ ਜਿਹੜੇ ਕਿਸਾਨਾਂ ਦਾ ਗੰਨਿਆਂ ਦਾ ਪੈਸਾ ਬਕਾਇਆ ਰਹਿੰਦਾ, ਉਹ ਪੈਸਾ ਜਿਹੜਾ ਉਹ ਕਿਸਾਨਾਂ ਨੂੰ ਮਿਲਣਾ ਚਾਹੀਦਾ ਵਿਦ ਵਿਆਜ। ਜੇਕਰ ਬੈਂਕ ਵਿਆਜ ਲਾਉਂਦੇ ਨੇ, ਕਿਸਾਨ ਜਦੋਂ ਆਪਣਾ ਕਰਜ਼ਾ ਦਿੰਦਾ ਵਿਆਜ ਦਿੰਦਾ, ਤੇ ਜੇ ਇੱਥੇ ਕਿਸਾਨ ਨੂੰ ਵੀ 2-2 ਸਾਲ ਜਿਹੜੇ ਪੈਸੇ ਕਾਸ਼ਤ ਦੇ ਜਿਹੜੇ ਪੈਸੇ ਪਏ ਨੇ ਉਹਦੇ ਤੇ ਵਿਆਜ ਹੋਣਾ ਚਾਹੀਦਾ, ਵਿਆਜ ਮਿਲਣਾ ਚਾਹੀਦਾ, ਔਰ ਉਹ ਵਿਆਜ ਕਿਸਾਨ ਨੂੰ ਜਲਦੀ ਤੋਂ ਜਲਦੀ 1 ਮਹੀਨੇ ਦੇ ਵਿੱਚ ਇਹ ਸਾਰੇ ਗੰਨੇ ਦੀ ਜਿਹੜੀ ਪੇਮੈਂਟ ਹੈ ਹੋਣੀ ਚਾਹੀਦੀ ਹੈ। ਡਾਕਟਰ ਚੀਮਾ, ਦਲਜੀਤ ਸਿੰਘ ਚੀਮਾ ਸਾਹਿਬ, ਜਿਸ ਤਰ੍ਹਾਂ ਦੇ ਨਾਲ ਖੁੱਲੀ ਚਿੱਠੀ ਲਿਖੀ, ਕਈ ਸਾਰੇ ਪਿਛਲੇ ਐਪੀਸੋਡ ਦੇ ਵਿੱਚ ਵੀ ਅਸੀਂ ਦੇਖਿਆ ਟਵਿੱਟਰ ਖੁੱਲੀਆਂ ਚਿੱਠੀਆਂ, ਪਰ ਹੁਣ ਜਿਹੜੀ ਖੁੱਲੀ ਚਿੱਠੀ ਲਿਖੀ ਹੈਗੀ ਹੈ, ਤੁਹਾਨੂੰ ਲੱਗਦਾ ਕਿ ਐਮਐਲਏ ਨੂੰ, ਸਰਕਾਰ ਦੇ ਐਮਐਲਏ ਨੂੰ ਖੁੱਲੀ ਚਿੱਠੀ ਲਿਖਣ ਦੀ ਨੌਬਤ ਉਸ ਸਮੇਂ ਆਉਂਦੀ ਹੈ ਜਦੋਂ ਘੱਟੋ ਘੱਟ ਇਹ ਅਸੈਸ ਕੀਤਾ ਜਾ ਸਕਦਾ ਕਿ ਟੇਬਲ ਟਾਕਸ ਨਹੀਂ ਹੋ ਪਾ ਰਹੀਆਂ, ਹਨਾ, ਫਿਰ ਖੁੱਲੀ ਚਿੱਠੀ ਤੱਕ ਦੀ ਨੌਬਤ ਆ ਰਹੀ ਹੈ, ਔਰ ਉਸ ਤੋਂ ਬਾਅਦ ਅੱਗੋਂ ਡਿਮਾਂਡ ਕਰ ਰਹੇ ਨੇ ਕਿ 1 ਮਹੀਨੇ 'ਚ ਵਿਦ ਵਿਆਜ। ਕੀ ਪੋਸੀਬਿਲਿਟੀ ਲੱਗ ਰਹੀ ਹੈ ਤੁਹਾਨੂੰ, ਕੀ ਅਸੈਸ ਕਰ ਰਹੇ ਹੋ? ਜਿਹੜੇ ਗੰਨੇ ਦੀ ਪੇਮੈਂਟ ਦਾ ਮਸਲਾ ਸਾਡੇ ਵੀਰ ਫਤਿਹ ਸਿੰਘ ਬਾਜਵਾ ਜੀ ਨੇ ਦੱਸਿਆ ਬਹੁਤ ਗੰਭੀਰ ਹੈ। ਇਹ ਅੱਜ ਤਾਂ ਨਹੀਂ ਹੈ, ਚਾਹੇ ਪ੍ਰਾਈਵੇਟ ਚਾਹੇ ਸਰਕਾਰੀ, ਦੋਵਾਂ ਦਾ ਹੈਗਾ ਬਹੁਤ ਵੱਡਾ ਬਕਾਇਆ ਕਿਸਾਨਾਂ ਦਾ ਰਹਿੰਦਾ। ਪ੍ਰਾਈਵੇਟ ਫਤਿਹ ਸਿੰਘ ਸਰਕਾਰੀ ਦਾ ਹਾਲੇ ਪਿਛਲੇ ਸਾਲ ਦਾ ਕਰੋੜ ਰਹਿੰਦਾ, ਔਰ ਕਰੋੜ ਰੁਪਏ ਉਹਨਾਂ ਦਾ ਹਾਲੇ ਮਿਲਾਂ ਨੇ ਸਰਕਾਰ ਦੀਆਂ, ਉਹਦਾ ਵੀ ਜਿਹੜਾ ਹਾਲੇ ਤੱਕ ਬਕਾਇਆ, ਤੇ ਇਹਨਾਂ ਕੋਈ ਬਕਾਇਆ ਪ੍ਰਾਈਵੇਟ ਮਿਲਣ ਦਾ ਔਖਾ ਕੰਮ ਹੈ ਐਮਐਲਏ ਸਾਹਿਬਾਨ ਵਾਸਤੇ ਵੀ, ਖਾਸ ਕਰਕੇ ਜਿਹੜੇ ਰੂਲਿੰਗ ਪਾਰਟੀ ਦੇ ਐਮਐਲਏ ਸਾਹਿਬਾਨ ਨੇ। ਬਿੱਲ ਜਿਹੜੀ ਕਿਸੇ ਦੇ ਇਲਾਕੇ ਨੂੰ ਲੱਗਦੀ ਹੈ, ਉਹ ਕਿਸਾਨ ਗੰਨਾ ਸੁੱਟ ਕੇ ਚਲੋ 10 ਦਿਨ ਹੋ ਗਿਆ, 15 ਦਿਨ ਹੋ ਗਿਆ, ਮਹੀਨਾ ਹੋ ਗਿਆ, ਜੇ 20 ਸਾਲ ਦੀ ਵੀ ਹਾਲੇ ਪੇਮੈਂਟ ਨਹੀਂ ਆਈ, ਤੇ ਇਸ ਸਾਲ ਦੀ ਵੀ ਪੇਮੈਂਟ ਨਹੀਂ ਆਈ, ਕਿਸਾਨ ਕੋਲ ਇਹੋ ਜਿਹਾ ਕਿਹੜਾ ਸਾਧਨ ਹੈ ਕਿ ਉਹ ਇੰਨੇ ਸਾਲ ਫਸਲ ਹਰ ਤਰ੍ਹਾਂ ਦਾ ਖਰਚਾ ਕਰਕੇ ਫਸਲ ਵੱਢ ਕੇ ਉੱਥੇ ਜਾ ਕੇ ਮਿਲ ਚ ਪਹੁੰਚਾਵੇ ਤੇ ਫਿਰ ਜਾ ਕੇ ਪੇਮੈਂਟ? ਕਿਸਾਨ ਤਾਂ ਉੱਥੇ ਹੀ ਖੜੇ ਨੇ ਕਿ ਉਹ ਤਾਂ ਚਾਹੁੰਦਾ ਕਿ ਸਵੇਰੇ ਜਾਵਾਂ ਤੇ ਸ਼ਾਮ ਨੂੰ ਪੇਮੈਂਟ ਲੈ ਕੇ ਆਪਣੇ ਕਰਜ਼ੇ ਜਿਹੜੇ ਉਧਾਰ ਫੜੇ ਆ ਉਹ ਮੋੜਾਂ। ਤੇ ਜੇ ਹੁਣ ਰੋਜ਼ ਲੋਕੀ ਐਮਐਲਏ ਦੇ ਅੱਗੇ ਖੜੇ ਹੋਣਗੇ ਜਾ ਕੇ ਉਹਨਾਂ ਨੂੰ ਆਪਣਾ ਦੁੱਖੜਾ ਰੱਖਣਗੇ, ਤੇ ਕੁਦਰਤੀ ਕਿ ਐਮਐਲਏ ਦੀ ਇੱਕ ਸੰਵਿਧਾਨਕ ਡਿਊਟੀ ਵੀ ਬਣਦੀ ਹੈ, ਲੋਕਾਂ ਨੇ ਉਹਨਾਂ ਨੂੰ ਫਤਵਾ ਦਿੱਤਾ, ਤੇ ਜੇ ਗੱਲ ਜਿਹੜੀ ਹੈ ਸਰਕਾਰ ਨਾ ਸੁਣੇ, ਕੁਦਰਤੀ ਗੱਲ ਹੈ ਕਿ ਰਿਕਾਰਡ ਦੇ ਉੱਤੇ ਵੀ ਚੀਜ਼ ਲਿਆਉਣੀ ਹੁੰਦੀ ਹੈ, ਔਰ ਜਿਹੜੀ ਸਰਕਾਰ ਤੱਕ ਪਹੁੰਚਾਉਣ ਦਾ ਇੱਕ ਤਰੀਕਾ ਵੀ ਹੈ। ਇਸ ਕਰਕੇ ਅੱਛੀ ਗੱਲ ਹੈ, ਅਸੀਂ ਇਹਦੇ ਵਾਸਤੇ ਧਰਨੇ ਵੀ ਲਾਏ ਆ ਪਹਿਲਾਂ, ਵੱਖ-ਵੱਖ ਦੇ ਵਿੱਚ ਮਿਲਾਂ ਦੇ ਸਾਹਮਣੇ, ਪ੍ਰਾਈਵੇਟ ਮਿਲਾਂ ਦੇ ਸਾਹਮਣੇ ਧਰਨੇ ਵੀ ਲਾਏ ਆ, ਪਰ ਚਲੋ ਉਹਨਾਂ ਇਸ ਗੱਲ ਦੀ ਗ੍ਰੇਸ ਸ਼ੋ ਕੀਤੀ ਹੈ ਕਿ ਧਰਨੇ ਰੂਲਿੰਗ ਪਾਰਟੀ ਵਾਸਤੇ ਔਖਾ ਹੁੰਦਾ, ਤੇ ਉਹਨਾਂ ਕੀ ਹੈ ਕਿ ਜਾਗਰੂਕਤਾ ਲਿਖੀ ਜਾਵੇ ਵੀ ਅੱਛੀ ਗੱਲ ਹੈ, ਕਿਉਂਕਿ ਲੋਕਾਂ ਦੇ ਪ੍ਰਤੀ ਆਪਣੀ ਡਿਊਟੀ ਨਿਭਾਉਣਾ ਇਹ ਐਮਐਲਏ ਫਰਜ਼ ਹੈ। ਬਿਲਕੁਲ। ਜੇ ਸਾਡੇ ਹੀ ਐਮਐਲਏ ਨੂੰ ਚਿੱਠੀਆਂ ਲਿਖਣੀਆਂ ਪੈ ਰਹੀਆਂ, ਐਮਪੀ ਨੂੰ ਚਿੱਠੀਆਂ ਪੈ ਰਹੀਆਂ, ਆਪੋਜੀਸ਼ਨ ਪਹਿਲਾਂ ਧਰਨੇ ਲਾ ਚੁੱਕੀ ਹੈ, ਤੇ ਮਸਲਾ ਗੰਭੀਰ ਹੈ, ਉਹਨਾਂ ਨੂੰ ਸਰਕਾਰੀ ਵੀ ਦੋਣੀ ਚਾਹੀਦੀ, ਪ੍ਰਾਈਵੇਟ ਦੇ ਪਿੱਛੇ ਵੀ ਪਾਉਣਾ ਚਾਹੀਦਾ ਕਿ ਆਪੋ ਆਪਣੀ ਪੇਮੈਂਟ ਕਰਨ। ਮੈਂ ਇੱਕ ਬੇਸਿਕ ਸਵਾਲ ਲੈਣਾ ਚਾਹੁੰਦਾ ਸਤਨਾਮ ਸਿੰਘ ਹੁਣਾਂ ਤੋਂ। ਸਤਨਾਮ ਸਿੰਘ ਇੰਡੀਅਨ ਫਾਰਮਰਸ ਐਸੋਸੀਏਸ਼ਨ ਦੇ ਪ੍ਰਧਾਨ ਹੈਗੇ ਨੇ। ਸਤਨਾਮ ਜੀ, ਬੇਸਿਕ ਤੌਰ ਤੇ
ਸਮੱਸਿਆ ਕੀ ਹੈਗੀ ਹੈ ਕਿਸਾਨਾਂ ਦੀ, ਗੰਨਾ ਕਿਸਾਨਾਂ ਦੀ? ਮੋਟੇ ਤੌਰ ਤੇ ਉਹ ਦੱਸ ਰਹੇ ਨੇ ਕਿ ਇਹ ਪੇਮੈਂਟ ਦਾ ਮਸਲਾ ਹੈਗਾ। ਸਰਵਾਈਵਲ ਕਿਸ ਤਰ੍ਹਾਂ ਹੈਗਾ ਕਿਸਾਨਾਂ ਦਾ ਫਿਰ ਇਸ ਸਥਿਤੀ ਦੇ ਵਿੱਚ? ਇਹ ਬੜਾ ਕੋਈ ਵਿਸਫੋਟਕ ਮਸਲਾ ਹੈ। ਮੈਂ ਸਭ ਤੋਂ ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਆਪਦੇ ਵੱਲੋਂ ਵਿਸ਼ਵਾਸ ਦਿਵਾਉਣਾ ਚਾਹਣਾ ਵਾ, ਜਿਹੜੇ ਦੋ ਬੁਲਾਰੇ ਆ ਜਿਹੜੇ ਰਾਜਨੀਤਿਕ ਪਾਰਟੀਆਂ ਦੇ, ਇਹਨਾਂ ਨੂੰ ਨਿਮਰ ਬੇਨਤੀ, ਮੈਂ ਕਿਸੇ ਰਾਜਨੀਤਿਕ ਪਾਰਟੀ ਤੇ ਅਟੈਕ ਨਹੀਂ ਕਰਨਾ ਚਾਹੁੰਦਾ, ਬਿਲਕੁਲ ਸੱਚਾਈ ਦੱਸਣਾ ਚਾਹਣਾ ਵਾ, ਕਿਉਂਕਿ ਮੈਂ ਕਿਸਾਨਾਂ ਦਾ ਪ੍ਰਤੀਨਿਧ ਹਾਂ। ਇਹ ਬੜਾ ਵਿਸਫੋਟਕ ਮਸਲਾ ਹੈ। ਬੜੇ ਲੰਮੇ ਸਮੇਂ ਤੋਂ ਸਾਨੂੰ ਯੂਨੀਵਰਸਿਟੀ ਜਾਂ ਸੂਬੇ ਦੇ ਭਾਵੇਂ ਕੋਈ ਵੀ ਮੁੱਖ ਮੰਤਰੀ ਰਹੇ, ਇਹ ਮਤ ਦਿੰਦੇ ਨੇ ਵਾਟਰ ਲੈਵਲ ਦੀ ਬੜੀ ਸਮੱਸਿਆ ਹੈ। ਵਾਟਰ ਲੈਵਲ ਨੂੰ ਕਾਇਮ ਰੱਖਣ ਵਾਸਤੇ ਨੀਤ ਤੇ ਨੀਤੀ ਦੀ ਲੋੜ ਹੈ। ਗੰਨੇ ਦੀ ਖੇਤੀ ਅਸੀਂ ਲੋਕ ਕਰਨਾ ਚਾਹੁੰਦੇ ਹਾਂ। ਇੱਕ ਸਮਾਂ ਆਇਆ ਸੀ 25% ਪੰਜਾਬ ਦੇ ਜ਼ਮੀਨ ਤੇ ਅਸੀਂ ਗੰਨਾ ਲਾ ਲਿਆ। ਸਹਿਕਾਰਤਾ ਮਿੱਲਾਂ ਦੇ ਵਿੱਚ ਵਾਧਾ ਹੋਣ ਦੀ ਬਜਾਏ ਉਹ ਭ੍ਰਿਸ਼ਟਾਚਾਰ ਦੀ ਭੇਟ ਚੜ ਗਈਆਂ। ਜਗਰਾਵਾਂ ਵਰਗੀਆਂ, ਫਰੀਦਕੋਟ ਵਰਗੀਆਂ ਮਿੱਲਾਂ ਕੌਡੀਆਂ ਦੇ ਭਾਅ ਲੁਟਾਈਆਂ ਗਈਆਂ। ਮੌਜੂਦਾ ਸਰਕਾਰ ਨੇ ਵੋਟਾਂ ਕਿਸਾਨਾਂ ਨਾਲ ਬਣੀਆਂ। ਹੁਣ ਜਿੱਥੇ ਬਕਾਏ ਦੀ ਗੱਲ ਆਉਂਦੀ ਹੈ, ਮੈਂ ਥੋੜਾ ਜਿਹਾ ਇਹਦੇ 'ਚ ਵਾਧਾ ਕਰਨਾ ਚਾਹੁੰਦਾ ਵਾ। ਵਾਧਾ ਕਿਉਂ ਕਰਨਾ ਚਾਹੁੰਦਾ? ਕਿਉਂਕਿ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਪੂਰੇ ਦੇਸ਼ ਦੀ ਕਿਸਾਨ ਜਥੇਬੰਦੀ ਹੈ। ਇਹ ਪੰਜਾਬ ਦਾ ਮਸਲਾ ਨਹੀਂ ਹੈਗਾ, ਇਹ ਪੂਰੇ ਦੇਸ਼ ਦਾ ਮਸਲਾ ਹੈ। ਮੈਂ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਵੱਲ ਪੂਰੇ ਸਾਰੇ ਸੂਬਿਆਂ ਦੇ ਗੰਨੇ ਦੇ ਬਕਾਏ ਦਾ ਡਾਟਾ ਇਕੱਠਾ ਕੀਤਾ ਤਾਂ ਉਹ 15,000 ਕਰੋੜ ਰੁਪਏ ਦਾ ਬਣਿਆ। 15,000 ਕਰੋੜ ਰੁਪਏ ਨੂੰ ਮੰਗਣ ਵਾਸਤੇ ਕੋਈ ਲਖਨਊ ਧਰਨਾ ਦਿੰਦਾ ਹੈ, ਕੋਈ ਬੰਬੇ ਧਰਨਾ ਦਿੰਦਾ ਹੈ, ਕੋਈ ਚੰਡੀਗੜ੍ਹ ਦਿੰਦਾ ਹੈ। ਮੈਂ ਸੁਪਰੀਮ ਕੋਰਟ ਇਹ ਲੈ ਕੇ ਗਿਆ ਵੀ ਆਪਣੇ ਸ਼ੂਗਰ ਕੋਈ ਪਾਲਿਸੀ ਮਜ਼ਬੂਤ ਕਿਉਂ ਨਹੀਂ ਬਣਦੀ, ਗੰਨੇ ਦਾ ਬਕਾਇਆ ਰੁਕਦਾ ਕਿਉਂ ਹੈ? ਇਹ ਸੁਪਰੀਮ ਕੋਰਟ 'ਚ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਨੇ ਰਿਟ ਜਦੋਂ ਪਾਈ, ਮਾਨਯੋਗ ਚੀਫ ਜਸਟਿਸ ਦੀ ਅਗਵਾਈ ਵਾਲੇ 3 ਜੱਜਾਂ ਨੇ ਸੁਣਿਆ ਤੇ ਉਹਦੇ 'ਚ ਇੱਕ ਆਰਡਰ ਪਾਸ ਹੋਇਆ ਹੈ ਵੀ ਦਰਸਾਈ ਇਹ ਆ ਵੀ ਇਹ ਰਿਟ ਜਨਤਕ ਰਿਟ ਪਟੀਸ਼ਨ ਕਹੀ ਜਾ ਸਕਦੀ ਹੈ, ਕਿਉਂਕਿ ਇਹਦੇ ਨਾਲ ਲੱਖਾਂ ਕਰੋੜਾਂ ਕਿਸਾਨ ਦੇਸ਼ ਦੇ ਲੋਕ ਜੁੜੇ ਹੋਏ ਨੇ। ਹੁਣ ਜੇ ਮੈਂ ਪੰਜਾਬ ਦੀ ਗੱਲ ਕਰਾਂ, ਪੰਜਾਬ ਵਿੱਚ ਗੰਨਾ ਅਸੀਂ ਲਾਣਾ ਚਾਹੁੰਦੇ ਹਾਂ ਔਰ ਗੰਨਾ ਸਤਨਾਮ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ। ਆ ਕੇ ਬਾਹਰ ਚਲਾ ਜਾਂਦਾ ਹੈ। ਜੇ ਗੰਨੇ ਦੇ ਖੇਤ, ਗੰਨੇ ਨੂੰ ਉਤਸ਼ਾਹਿਤ ਕੀਤਾ ਜਾਏ, ਸਮੇਂ ਸਿਰ ਗੰਨੇ ਦੀ ਖੇਤੀ 1 ਸਾਲ ਦੀ ਹੈ। 1 ਸਾਲ ਗੰਨਾ ਤਿਆਰ ਕਰਕੇ ਅਸੀਂ ਮਿੱਲਾਂ ਵਿੱਚ ਲੈ ਗਏ, 2 ਸਾਲ ਸਾਨੂੰ ਪੈਸਾ ਨਾ ਮਿਲਿਆ, ਅੱਗੇ ਖੇਤੀ ਅਸੀਂ ਕਿਵੇਂ ਕਰਾਂਗੇ? ਇਹ ਕੋਈ ਹੁਣ ਮੌਜੂਦਾ ਸਰਕਾਰ ਦੀ ਗੱਲ ਨਹੀਂ, ਚੀਮਾ ਸਾਹਿਬ ਬੁਰਾ ਨਾ ਮਨਾਇਓ। ਪੰਜਾਬ ਦੇ ਵਿੱਚ ਲੰਮੇ ਸਮੇਂ ਤੋਂ ਵਾਪਰ ਰਿਹਾ ਹੈ। ਸਹਿਕਾਰਤਾ ਮਿੱਲਾਂ ਤਬਾਹ ਕਿਵੇਂ ਹੋਈਆਂ? ਤੇ ਕਾਂਗਰਸ ਇਹਦੇ 'ਚ ਜ਼ਿੰਮੇਵਾਰ ਨੇ। ਸਹਿਕਾਰਤਾ ਮਿੱਲਾਂ ਨੂੰ ਹੁਣ ਪ੍ਰਾਈਵੇਟ ਮਿੱਲਾਂ ਦੀ ਗੱਲ ਬਾਜਵਾ ਸਾਹਿਬ ਕਰਦੇ ਨੇ। ਪ੍ਰਾਈਵੇਟ ਮਿੱਲਾਂ ਦੇ ਵਿੱਚ ਵਾਧਾ ਕਿਉਂ ਹੋਇਆ? ਉਹ ਕਿਉਂ ਕਾਮਯਾਬ ਨੇ? ਸਹਿਕਾਰਤਾ ਮਿੱਲਾਂ ਕਿਉਂ ਤਬਾਹ ਹੋਈਆਂ? ਕਿਉਂਕਿ ਭ੍ਰਿਸ਼ਟਾਚਾਰ ਉਹਦੇ 'ਚ ਵੱਧ ਗਿਆ। ਮੈਂ ਮਰੰਡਾ ਖੰਡ ਮਿੱਲੇ ਦੀ ਮਿਸਾਲ ਦਿੰਦਾ ਵਾ, ਕਿਉਂਕਿ ਮੌਜੂਦਾ ਸਰਕਾਰ ਵੱਲੋਂ ਐਮਐਲਏ ਸਾਹਿਬ ਬੈਠੇ ਨੇ। ਮਰੰਡਾ ਖੰਡ ਮਿੱਲ ਦਾ ਐਡਾ ਵੱਡਾ ਸਕੈਂਡਲ ਅਸੀਂ ਕੱਢਿਆ, ਕਰੋੜਾਂ ਰੁਪਏ ਦਾ। ਵਿਜੀਲੈਂਸ ਨੂੰ ਦਿੱਤਾ ਕੇਸ, ਸਾਬਤ ਹੋ ਗਏ ਸਾਰੇ ਅਫਸਰ ਨੰਗੇ ਹੱਥੀਂ ਖੰਡ ਦੀ ਖਰੀਦ ਦੇ ਵਿੱਚ ਕਰੋੜਾਂ ਰੁਪਏ ਘਪਲਾ ਹੋ ਗਿਆ। ਤੇ ਉਸ ਘਪਲੇ ਨੂੰ ਨਿੱਘਾ ਕਰਨ ਵਾਸਤੇ ਅਸੀਂ ਤਾਂ ਲੜ ਰਹੇ ਹਾਂ, ਪਰ ਸਰਕਾਰ ਟਸ ਤੋਂ ਬਸ ਨਹੀਂ ਹੁੰਦੀ। ਇਸੇ ਤਰ੍ਹਾਂ ਪਿਛਲੀਆਂ ਸਰਕਾਰਾਂ ਵੇਲੇ ਵੀ ਵਾਪਰਿਆ। ਚੀਮਾ ਸਾਹਿਬ ਮੈਂ ਯਾਦ ਕਰਾਉਣਾ ਚਾਹਣਾ ਵਾ, ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ, ਉਦੋਂ ਮੈਂ ਹਾਈ ਕੋਰਟ ਕੀਤੀ ਵੀ ਰੱਬ ਦਾ ਵਾਸਤਾ ਸਾਨੂੰ ਗੰਨੇ ਦੇ ਪੈਸੇ ਦੇ ਦਿਓ। ਹਾਈ ਕੋਰਟ ਨੇ ਇੱਕ ਆਰਡਰ ਪਾਸ ਕੀਤਾ ਵੀ ਮਹੀਨੇ ਦੇ ਵਿੱਚ ਜੇ ਤੁਸੀਂ ਖੰਡ ਮਿੱਲ ਦੇ ਬਕਾਏ ਦੇ ਦੋਗੇ ਤੇ ਤੁਸੀਂ 10% ਵਿਆਜ ਦਿਓਗੇ, ਜੇ ਮਹੀਨੇ ਦੇ ਵਿੱਚ ਨਹੀਂ ਦਿਓਗੇ ਤਾਂ ਫਿਰ ਅਗਲਾ ਆਰਡਰ 15% ਵਿਆਜ ਨਾਲ ਅਸੀਂ ਪੈਸੇ ਲਏ। ਸਾਨੂੰ ਹਾਈ ਕੋਰਟਾਂ ਦੇ ਧੱਕੇ ਕਿਉਂ ਖਾਣੇ ਪੈਂਦੇ ਨੇ? ਠੀਕ ਹੈ ਬਾਜਵਾ ਸਾਹਿਬ, ਸਥਿਤੀ ਤੇ ਫਿਰ ਉਹ ਉੱਥੇ ਹੀ ਖੜੀ ਹੈ ਨਾ। ਮਤਲਬ ਸਰਕਾਰ ਕੋਈ ਵੀ ਹੋਵੇ, ਮਤਲਬ ਕਿਸਾਨਾਂ ਦੀ ਸਥਿਤੀ ਉੱਥੇ ਹੀ ਖੜੀ ਹੈਗੀ ਹੈ। ਜਿਹੜੇ ਕਿਸਾਨ ਜਥੇਬੰਦੀਆਂ ਇਹਦੇ ਅਗੇਂਸਟ ਲੜਦੀਆਂ ਨੇ, ਉਹ ਵੀ ਆਪਣੀ ਗੱਲ ਉਹੀ ਰੱਖ ਰਹੀਆਂ ਨੇ ਕਿ ਇਸ ਸੈਕਟਰ ਦੇ ਵਿੱਚ ਵੀ ਪ੍ਰਾਈਵੇਟਾਈਜੇਸ਼ਨ ਨੂੰ ਜਿਹੜਾ ਹੈਗਾ ਉਹਨੂੰ ਜ਼ਿਆਦਾ ਉਤਸ਼ਾਹਿਤ ਕੀਤਾ ਜਾ ਰਿਹਾ। ਉਹ ਇੱਕ ਕਾਰਨ ਬਣ ਰਿਹਾ ਕਿ ਪੇਮੈਂਟ ਕਿਸਾਨਾਂ ਨੂੰ ਨਹੀਂ ਹੋ ਰਹੀ। ਔਰ ਇਸ ਦੇ ਵਿੱਚ ਦੂਸਰੀ ਚੀਜ਼ ਇੱਕ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਿਹੜਾ ਸਿਆਸੀ ਇਨਫਲੂਐਂਸ ਹੈਗਾ, ਕਿਉਂਕਿ ਜਿਹੜੇ ਮਿਲ ਮਾਲਕ ਹੈਗੇ ਨੇ ਉਹਨਾਂ ਦੇ ਕਈ ਵਾਰੀ ਪੋਲੀਟੀਕਲ ਹੱਥ ਵੀ ਸਟਰੋਂਗ ਹੁੰਦੇ ਆ, ਉਹ ਵੀ ਇੱਕ ਵੱਡਾ ਰੀਜ਼ਨ ਬਣ ਜਾਂਦਾ ਕਿ ਉਹਨਾਂ ਦੇ ਉੱਥੇ ਉਸ ਤਰ੍ਹਾਂ ਦਾ ਪ੍ਰੈਸ਼ਰ ਬਿਲਡ ਹੁੰਦਾ ਹੀ ਨਹੀਂ ਉੱਪਰੋਂ।
ਦੇਖੋ ਪਮਿਲ ਜੀ, ਮੈਂ ਜਿਹੜੀ ਇੱਕ ਗੱਲ ਕਹਿਣਾ ਚਾਹੁੰਦਾ ਇਹਦੇ ਵਿੱਚ, ਜਿੱਦਾਂ ਸਰਦਾਰ ਸਤਨਾਮ ਸਿੰਘ ਜੀ ਨੇ ਗੱਲ ਕੀਤੀ ਹੈ, ਮੈਂ ਇਹਦੇ ਵਿੱਚ ਦੱਸਣਾ ਚਾਹੁੰਦਾ ਵੀ ਜਦੋਂ ਇਹ ਕਈ ਵਾਰ ਕੀ ਹੈ, ਸ਼ੂਗਰ ਮਿਲ ਜਿਹੜੀ ਕੀੜੀ ਅਫਗਾਨਾ ਵਾਲੀ ਹੈ, ਉਹਨਾਂ ਨੇ ਇੱਕ ਵਾਰ ਸਾਰੇ ਜਿਹੜੇ ਕਿਸਾਨ ਕਾਸ਼ਤਕਾਰ ਸੀ ਜਿਹੜੇ ਉੱਥੇ ਗੰਨਾ ਲਿਆਂਦੇ ਸੀ, ਉਹਨਾਂ ਦੇ ਇੱਕ ਬਲੈਂਕ ਸਾਈਨ ਕਰਾ ਲਏ। ਉਹਦੇ ਅਗੇਂਸਟ ਇਹਨਾਂ ਨੇ ਬੈਂਕੋਂ ਲੋਨ ਚੁੱਕ ਲਿਆ, ਲੋਨ ਕਿਸਾਨਾਂ ਦੇ ਨਾਂ ਦੇ ਅਗੇਂਸਟ ਸਟੈਂਡ ਕਰਦਾ ਰਿਹਾ, ਮਿੱਲ ਵਾਲੇ ਉਹਦਾ ਫਾਇਦਾ ਲੈਂਦੇ ਰਹੇ। ਇਹ ਬਹੁਤ ਵੱਡਾ ਇੱਕ ਸਕੈਂਡਲ ਹੈ, ਬਹੁਤ ਵੱਡੀ ਇੱਕ ਚੀਜ਼ ਹੈ ਜਿਹੜੀ ਕਿਸਾਨਾਂ ਨੂੰ ਪਤਾ ਹੀ ਨਹੀਂ ਲੱਗੀ। ਕਿਸਾਨ ਰੋਂਦੇ ਰਹੇ। ਜਦੋਂ ਬੈਂਕਾਂ 'ਚ ਗਏ, ਕਿਸਾਨਾਂ ਨੂੰ ਪਤਾ ਲੱਗਾ ਵੀ ਉਹਨਾਂ ਦੇ ਨਾਂ ਤੇ ਲੋਨ ਕਿੱਦਾਂ ਸਟੈਂਡ ਕਰਦਾ ਹੈ, ਔਰ ਉਹ ਲੋਨ ਕੀ ਕੀਤਾ ਵੀ ਮਿੱਲਾਂ ਵਾਲਿਆਂ ਨੇ ਕਰੋੜਾਂ ਰੁਪਈਆ ਕਿਸਾਨਾਂ ਦੇ ਨਾਂ ਤੇ ਲੋਨ ਲੈ ਕੇ ਆਪ ਵਰਤਦੇ ਰਹੇ। ਚਲੋ ਤੁਸੀਂ ਇਹ ਜੇ ਕੀਤਾ, ਘੱਟੋ ਘੱਟ ਕਿਸਾਨਾਂ ਨੂੰ ਪੇਮੈਂਟ ਤੇ ਟਾਈਮ ਨਾਲ ਕਰੋ। ਬਿਲਕੁਲ। ਔਰ ਬਦਕਿਸਮਤੀ ਦੀ ਗੱਲ ਹੈ ਵੀ ਉਹ ਕਰਦੇ ਕੀ ਨੇ ਵੀ ਇਸ ਸਾਲ ਦੀ ਪੇਮੈਂਟ ਕਰਤੀ, ਪਿਛਲੇ ਸਾਲ ਦੀ ਸਟੈਂਡ ਕਰ ਲਈ। ਹੁਣ ਪਿਛਲੇ ਸਾਲ ਦੀ ਜਿਹੜੀ ਪੇਮੈਂਟ ਹੈ ਉਹ ਕਿੰਨੇ ਦੇਣੀ ਹੈ? ਪ੍ਰੈਸ਼ਰ ਤੇ ਦੇਖੋ, ਅਲਟੀਮੇਟਲੀ ਸਰਕਾਰ ਨੇ ਹੀ ਬਿਲਡ ਕਰਨਾ ਹੈ। ਚੀਫ ਮਿਨਿਸਟਰ ਸਾਹਿਬ ਨੇ ਜੇ ਉਹਨਾਂ ਨੂੰ ਕਿਹਾ ਵੀ ਇਹ ਜਲਦੀ ਇਹਨਾਂ ਦੀ ਪੇਮੈਂਟਸ ਕਰਾਓ, ਤੇ ਉਹ ਹੁੰਦਾ ਕੀ ਹੈ ਵੀ 10 ਦਿਨ ਪੇਮੈਂਟਾਂ ਠੀਕ ਹੁੰਦੀਆਂ ਨੇ, ਫਿਰ ਕਿਸਾਨ ਨੂੰ ਫਿਰ ਉੱਥੇ ਥੱਲੇ ਲਾ ਲੈਂਦੇ ਨੇ। ਪਮਿਲ ਜੀ, ਮੈਂ ਤੇ ਇੱਕ ਗੱਲ ਕਹਿਣਾ, ਵੇਖੋ ਅਸੀਂ ਸਿਆਸੀ ਆਗੂ ਹੋਣ ਦੇ ਇਲਾਵਾ ਇੱਕ ਕਿਸਾਨੀ ਨਾਲ ਤਾਲੁਕ ਰੱਖਦੇ ਹਾਂ। ਮੈਂ ਇੱਕ ਗੱਲ ਦਾਅਵੇ ਨਾਲ ਕਹਿ ਸਕਦਾ, ਇਹ ਨਹੀਂ ਹੈ ਵੀ ਸਾਡੀ ਸਰਕਾਰ ਕਿਸੇ ਦੀ ਵੀ ਹੋਵੇ, ਸਾਡਾ ਇਹ ਫਰਜ਼ ਬਣਦਾ ਹੈ ਵੀ ਅਸੀਂ ਜੇਕਰ ਇਹ ਪੇਮੈਂਟ ਨਾ ਹੋਈ ਤੇ ਅਸੀਂ ਉਸ ਮਿਲ ਨੂੰ ਤਾਲਾ ਆਪ ਮਾਰਾਂਗੇ ਜੀ। ਅਸੀਂ ਪੇਮੈਂਟ ਦਿਵਾਣੀ ਹੈ। ਅਸੀਂ ਆਪਣੇ ਦੇਖੋ, ਅਸੀਂ ਆਪਣੇ ਲੋਕਾਂ ਨਾਲ ਕਿਹੜੀ ਮਿਲ ਨੂੰ ਬਾਜਵਾ ਸਾਹਿਬ, ਕਿਹੜੀ ਮਿਲ ਨੂੰ, ਕਿਹੜੀ ਮਿਲ ਨੂੰ? ਸਾਡੇ ਜਿਹਦਾ ਕੀੜੀ ਮਿਲ ਹੈ ਸਾਡੇ ਕੋਲ, ਤੇ ਉਸੇ ਮਿਲ ਦੇ ਬੇਸਿਕਲੀ ਹੈ। ਜੇ ਪੇਮੈਂਟਸ ਨਾ ਹੋਈਆਂ ਤੇ ਮੈਂ ਤੁਹਾਨੂੰ ਵਾਅਦਾ ਕਰਨਾ ਤੁਹਾਡੇ ਇਸ ਟੀਵੀ ਦੇ ਮਾਧਿਅਮ ਦੇ ਨਾਲ ਵੀ ਜੇਕਰ ਸਾਨੂੰ ਉਸ ਮਿਲ ਨੂੰ ਤਾਲਾ ਲਾਉਣ ਦੀ ਵੀ ਲੋੜ ਹੋਈ ਤੇ ਅਸੀਂ ਚੱਕਾਂਗੇ ਨਹੀਂ। ਅਸੀਂ ਸਾਰਿਆਂ ਨੂੰ ਅੱਗੇ ਲਾ ਕੇ ਇਹ ਕੰਮ ਕਰਾਂਗੇ। ਕਿਸਾਨਾਂ, ਵੇਖੋ ਕਿਸਾਨ ਕਿੱਥੇ ਕਿੱਥੇ ਪਿੜ ਰਿਹਾ। ਕਿਸਾਨ ਜਿੱਦਾਂ ਹੀ ਸਰਦਾਰ ਸਤਨਾਮ ਸਿੰਘ ਜੀ ਗੱਲ ਕਰ ਰਿਹਾ ਹੈ, ਬਾਜਵਾ ਸਾਹਿਬ ਇੱਕ ਚੀਜ਼ ਯਾਦ ਆ ਗਈ। ਬਾਜਵਾ ਸਾਹਿਬ ਇੱਕ ਛੋਟਾ ਜਿਹਾ ਕਮੈਂਟ ਦੇ, ਬਾਜਵਾ ਸਾਹਿਬ ਇੱਕ ਛੋਟਾ ਜਿਹਾ ਕਮੈਂਟ ਦੇ ਦਿਓ ਇਸ ਚੀਜ਼ ਦੇ ਉੱਤੇ, ਜਿਹੜਾ ਤੁਸੀਂ ਕੀੜੀ ਅਫਗਾਨਾ ਮਿਲ ਦਾ ਜ਼ਿਕਰ ਕੀਤਾ, ਉਹਦੇ ਲਾਗੇ ਹੀ ਉਹਦੇ ਨਜ਼ਦੀਕੀ ਇੱਕ ਹੋਰ ਮਿਲ ਵੀ ਹੈਗੀ ਹੈ। ਉਹ ਕਿਹਾ ਜਾਂਦਾ ਕਾਂਗਰਸ ਦੇ ਹੀ ਐਮਐਲਏ ਦੀ ਹੈਗੀ ਹੈ, ਕਿ ਜੇ ਉੱਥੇ ਵੀ ਕਿਸੇ ਇਸ ਤਰ੍ਹਾਂ ਦਾ ਪੇਮੈਂਟਸ ਦਾ ਰੌਲਾ ਨਿਕਲਿਆ, ਉੱਥੇ ਵੀ ਤਾਲਾ ਲਾਣ ਜਾਓਗੇ ਫਿਰ? ਬਿਲਕੁਲ। ਦੇਖੋ ਮੇਰੀ ਇੱਕ ਗੱਲ ਸਮਝ ਲਓ, ਮੈਂ ਇਹਦੇ ਵਿੱਚ ਦੋ ਮਿੱਲਾਂ ਨੇ ਖਾਸ ਕਰਕੇ, ਇੱਕ ਏਬੀ ਗ੍ਰੇਨ ਦਸੂਆ, ਇੱਕ ਨਾਹਰ ਮਿਲ ਅਮਲੋ। ਇਹਨਾਂ ਨੇ 100% ਦੋਵੇਂ ਮਿੱਲਾਂ ਨੇ ਪੇਮੈਂਟਸ ਕੀਤੀਆਂ ਹੋਈਆਂ ਕਿਸਾਨਾਂ ਨੂੰ। ਤੇ ਜੇ ਇਹ ਮਿੱਲਾਂ ਪੇਮੈਂਟ ਕਰ ਸਕਦੀਆਂ ਨੇ ਤੇ ਦੂਜੀਆਂ ਮਿੱਲਾਂ ਨੂੰ ਕੀ ਬਿਮਾਰੀ ਹੈ, ਉਹ ਕਿਉਂ ਨਹੀਂ ਕਰ ਸਕਦੀਆਂ? ਇਹਦਾ ਮਤਲਬ ਕਿਸਾਨਾਂ ਦੇ ਪੈਸੇ ਦੀ ਦੁਰਵਰਤੋਂ, ਕਿਸਾਨਾਂ ਦੇ ਪੈਸੇ ਨੂੰ ਰੋਕ ਕੇ ਆਪਣੇ ਮੁਫਾਦ ਪੂਰੇ ਕਰਨੇ ਨੇ ਤੇ ਕਿਸਾਨਾਂ ਨੂੰ ਰਗੜਾ ਲਾਣਾ, ਇਹ ਨਹੀਂ ਹੋ ਪਾਣਗੇ। ਹਾਂ ਦੇਖੋ, ਸਾਡੇ ਜੇ ਮੇਰਾ ਹਲਕੇ ਦੇ ਵਿੱਚ ਜਿੱਥੇ ਆਉਂਦੇ ਆ, ਸਾਡਾ ਇਖਲਾਕੀ ਫਰਜ਼ ਬਣਦਾ ਕੱਲ ਨੂੰ ਜਦੋਂ ਅਸੀਂ ਲੋਕਾਂ ਵਿੱਚ ਜਾਣਾ, ਲੋਕਾਂ ਨੇ ਸਾਨੂੰ ਇਹ ਸਵਾਲ ਜ਼ਰੂਰ ਚੁੱਕਣਾ। ਅਸੀਂ ਉਹ ਚੀਜ਼ ਲੋਕਾਂ ਦੇ ਹਲਕੇ ਦੀ ਕਿਉਂ ਬਾਜਵਾ ਸਾਹਿਬ, ਤੁਸੀਂ ਸਾਰੇ ਪੰਜਾਬ ਦੀਆਂ ਮਿਲਾਂ ਦੇ ਨਾਲ ਅਗੇਂਸਟ ਖੜੇ ਹੋਵੋ, ਇੱਕ ਸਟੇਟ ਲੈਵਲ ਦੀ ਪੋਲਿਟਿਕਸ ਕਰੋ, ਫਿਰ ਤੁਸੀਂ ਹਲਕੇ ਦੀ ਪੋਲਿਟਿਕਸ ਕਿਉਂ ਕਰਨੀ? ਚੀਮਾ ਸਾਹਿਬ, ਹਾਂ ਮੇਰੀ ਇੱਕ ਗੱਲ ਸੁਣੋ, ਅਸੀਂ ਪੋਲਿਟਿਕਸ ਦੀ ਗੱਲ ਨਹੀਂ ਕਰਦੇ, ਅਸੀਂ ਇਹਨੂੰ ਪੋਲੀਟੀਕਲ ਮੁੱਦਾ ਨਹੀਂ ਬਣਾ ਰਹੇ। ਅਸੀਂ ਕਿਸਾਨਾਂ ਦੀ ਲੜਾਈ, ਜਿਹੜੀ ਕਿਸਾਨਾਂ ਦੀ ਅਸੀਂ ਕਹਿੰਦੇ ਆ ਵੀ ਕੋਈ ਕਿਸਾਨ ਖਰਾਤ ਨਹੀਂ ਮੰਗ ਰਿਹਾ, ਕਿਸਾਨ ਕੋਈ ਕਿਸੇ ਖਰਾਤ ਝੋਲੀ ਨਹੀਂ ਟੱਡ ਰਿਹਾ, ਆਪਣੇ ਪੈਸੇ ਦੀ ਲੜਾਈ ਦਾ ਹੱਕਦਾਰ ਹੈ। ਉਹ ਅਸੀਂ ਪੇਮੈਂਟ ਉਹ ਮਿਲਣੀ ਚਾਹੀਦੀ ਹੈ। ਚੀਮਾ ਸਾਹਿਬ ਸਟੇਸ਼ਨ ਤੇ ਦੋਨੋਂ ਸਰਕਾਰਾਂ ਦੇ ਸਮੇਂ ਉਸ ਤਰ੍ਹਾਂ ਦੀ, ਜਿੱਥੋਂ ਤੱਕ ਕਹਿੰਦੇ ਵੀ ਪਹਿਲੇ ਵੀ ਪੇਮੈਂਟਸ ਲੈਣ ਤੱਕ ਕੋਰਟ ਤੱਕ ਜਾਣਾ ਪਿਆ। ਔਰ ਦੂਸਰੀ ਚੀਜ਼ ਦਾ ਜ਼ਿਕਰ ਜਿਹੜਾ ਬਾਜਵਾ ਸਾਹਿਬ ਕਰ ਰਹੇ ਨੇ ਕਿ ਕਿਸਾਨ ਖੈਰਾਤ ਨਹੀਂ ਮੰਗਦੇ, ਹੱਕ ਹੁੰਦਾ ਉਹਨਾਂ ਦਾ, ਫਿਰ ਹੱਕ ਤੇ ਦੋਨੋਂ ਸਰਕਾਰਾਂ ਦੇ ਵਿੱਚ ਮਾਰੇ ਜਾਂਦੇ ਨੇ। ਜੇ ਤੁਸੀਂ ਇਮਾਨਦਾਰੀ ਤੇ ਨਾਲ ਗੱਲ ਕਰੋਗੇ ਤੇ ਦੋਨਾਂ ਸਰਕਾਰਾਂ ਦੇ ਐਟੀਟਿਊਡ 'ਚ ਬਹੁਤ ਵੱਡਾ ਫਰਕ ਸੀ। 2015 ਚ ਸਮੱਸਿਆ ਆਈ ਸੀ ਜਦੋਂ ਖੰਡ ਦੇ ਰੇਟ ਬਹੁਤ ਜ਼ਿਆਦਾ ਘਟ ਗਏ ਸੀ ਜੀ। ਕੋਈ ਵੀ ਸਟਾਕ ਆਪਣਾ ਖੰਡ ਮਿਲ ਵੇਚਣ ਨੂੰ ਤਿਆਰ ਨਹੀਂ ਸੀ ਵੀ ਸਾਨੂੰ ਵਾਰਾ ਨਹੀਂ ਖਾਂਦਾ, ਅਸੀਂ ਨਹੀਂ ਕਰ ਸਕਦੇ ਕੰਮ। ਉਸ ਵੇਲੇ ਪੰਜਾਬ ਦੀ ਕੈਬਨਿਟ ਨੇ ਸਾਰੀਆਂ ਮਿਲਾਂ ਵਾਲਿਆਂ ਨੂੰ ਬੁਲਾ ਕੇ ਪਹਿਲੀ ਤੇ ਗੱਲ ਉਹਨਾਂ ਨੂੰ ਉਸ ਸੰਕਟ ਦੇ ਪੀਰੀਅਡ ਦੇ ਵਾਸਤੇ ਟੈਂਪਰੇਰੀ ਲੋਨ ਵੀ ਜਿਹੜਾ ਪੰਜਾਬ ਦੀ ਟ੍ਰੇਜਰੀ ਚੋਂ ਲੈ ਕੇ ਦਿੱਤਾ, ਔਰ ਨਾਲ 50 ਰੁਪਏ ਕੁਇੰਟਲ ਜਿਹੜੀ ਹੈ ਡਾਇਰੈਕਟ ਕਿਸਾਨ ਨੂੰ ਵੀ ਨਾਲ ਸਪੋਰਟ ਜਿਹੜੀ ਹੈ ਉਸ ਵੇਲੇ ਆਪ ਸਾਡੀ ਸਰਕਾਰ ਨੇ ਦਿੱਤੀ। ਮੈਂ ਉਸ ਕੈਬਨਿਟ ਦੇ ਵਿੱਚ ਸ਼ਾਮਲ ਸੀ ਜਦੋਂ ਸਾਰੀਆਂ ਮਿਲਾਂ ਵਾਲੇ ਅਸੀਂ ਬੁਲਾਏ ਸੀ, ਔਰ ਜਦ
ਫਿਰ ਇਮੀਡੀਏਟਲੀ ਖੰਡ ਦੇ ਰੇਟ ਵਧੇ, ਫਿਰ ਉਹਨਾਂ ਤੋਂ ਰਿਕਵਰੀ ਕਰਕੇ ਵਾਪਸ ਪੈਸਾ ਸਰਕਾਰ ਨੂੰ ਜਮ੍ਹਾਂ ਹੋਇਆ। ਇਹ ਨਹੀਂ ਜਿਹੜੇ ਮੌਕੇ ਦੇ ਉੱਤੇ ਕੱਢਣੇ ਪੈਂਦੇ। ਜੇ ਰੇਟ ਵੀ ਜਿਹੜੇ ਆ ਸਰਦਾਰ ਸਤਨਾਮ ਸਿੰਘ ਹਰੀ ਤੁਸੀਂ ਕੋਲ ਬੈਠੇ ਆ ਪੁੱਛ ਸਕਦੇ ਹੋ, ਤੇ ਗੰਨੇ ਦਾ ਰੇਟ ਵੀ ਵਧਿਆ ਤੇ ਅਕਾਲੀ ਸਰਕਾਰ ਹੀ ਦਿੰਦੀ ਰਹੀ ਆ। ਇਹ ਨਹੀਂ ਗੱਲ, ਹਰ ਸਰਕਾਰਾਂ ਵੇਲੇ ਰੇਟ ਵਧੇ ਨਹੀਂ, ਕੋਈ ਅਕਾਲੀਆਂ ਨੇ ਕੋਈ ਬਹੁਤਾ ਕੰਮ ਕੀਤਾ। ਗੱਲ ਬੇਸਿਕਲੀ ਇਹ ਵੀ ਗੰਨੇ ਦੀ ਪੇਮੈਂਟ ਕਿਸਾਨ ਨਾਲ ਕਿੰਨੀ ਵਾਰ ਉਹਨਾਂ ਦੇ ਕੱਪੜੇ ਲਾਏ ਜਾਣਗੇ, ਆਪਾਂ ਨੂੰ ਉਹਨਾਂ ਦੇ ਹੱਕ ਦੀ ਰਾਖੀ ਕਰਨੀ ਪਏਗੀ। ਪ੍ਰੋਬਲਮ ਹੱਲ ਵੀ ਕੀਤੀ ਜਾਂਦੀ। ਹੁਣ ਤਾਂ ਪਿਛਲੇ ਸਾਲ ਦੀ ਵੀ ਪੇਮੈਂਟ ਹਾਲੇ ਨਹੀਂ ਹੋਈ। ਮੈਂ ਦੱਸਿਆ ਕਿ ਚੀਮਾ ਸਾਹਿਬ ਨੂੰ ਸਵਾਲ ਕਰਨਾ ਚਾਹਣਾ, ਮੈਂ ਚੀਮਾ ਸਾਹਿਬ ਸਵਾਲ ਕਰਨਾ ਚਾਹਣਾ, ਇਹ ਰੇਟ ਘਟ ਜਾਏ ਤੇ ਘਾਟਾ ਪੈ ਗਿਆ ਤੇ ਅਸੀਂ ਉਹਨਾਂ ਮਿੱਲਾਂ ਦੀ ਬਾਹ ਫੜੀ। 2016 ਦੇ ਵਿੱਚ ਮਰੰਡਾ ਖੰਡ ਸੁਣ ਲਓ ਚੀਮਾ ਸਾਹਿਬ, ਸੁਣ ਲਓ ਘਟਾਲਾ ਹੋਇਆ, ਨੰਗਾ ਹੋਇਆ। ਚੀਮਾ ਸਾਹਿਬ ਮੈਂ ਬੇਨਤੀ ਕਰਨਾ ਵਾ ਵੀ ਇਹਨੂੰ ਸਪਸ਼ਟ ਕਰੋ ਵੀ ਕੀ ਮਰੰਡਾ ਖੰਡ ਮਿਲ ਦਾ ਜਿਹੜਾ ਘਪਲਾ ਹੈ ਇਹਦੇ ਸਾਹਮਣੇ ਤੁਸੀਂ ਧਰਨਾ ਦਿਓਗੇ ਔਰ ਅਸੀਂ ਸਾਬਤ ਕਰਾਂਗੇ ਵੀ ਇਹ 2016 ਦਾ ਘਪਲਾ ਹੋਇਆ, ਕਰੋੜਾਂ ਰੁਪਏ ਦਾ ਖੰਡ ਦੀ ਖਰੀਦੋ ਫਰੋਖਤ ਦੇ ਵਿੱਚ। ਬਾਜਵਾ ਸਾਹਿਬ ਨੂੰ ਮੈਂ ਬੇਨਤੀ ਕਰਨਾ ਚਾਹਣਾ, ਬਾਜਵਾ ਸਾਹਿਬ ਤੁਸੀਂ ਵਿਅਕਤੀ ਐਮਐਲਏ ਸਾਹਿਬ ਨਹੀਂ ਇੱਥੇ ਬੋਲ ਰਹੇ, ਤੁਸੀਂ ਕਾਂਗਰਸ ਪਾਰਟੀ ਵੱਲੋਂ ਔਰ ਮੌਜੂਦਾ ਸਰਕਾਰ ਵੱਲੋਂ ਬੋਲ ਰਹੇ ਹੋ। ਤੁਸੀਂ 2 ਮਿੱਲਾਂ ਦੀ ਗੱਲ ਨਾ ਕਰੋ। ਤੁਸੀਂ ਵਿਸ਼ਵਾਸ ਦਵਾਇਆ ਵੀ ਇਹਨਾਂ ਖੰਡ ਮਿੱਲਾਂ ਦਾ ਮੈਂ ਭਾਵੇਂ ਤਾਲਾ ਲਾਵਾਂ, ਮੈਂ ਤੁਹਾਡਾ ਸਵਾਗਤ ਕਰਦਾ ਪੰਜਾਬ ਦੇ ਕਿਸਾਨਾਂ ਵੱਲੋਂ। ਤੁਸੀਂ ਇਹ ਵਿਸ਼ਵਾਸ ਦਿਵਾਓ ਜਿਹੜਾ ਆਹ ਘਪਲਾ ਹੋਇਆ ਮਰੰਡਾ ਖੰਡ ਮਿਲ ਦਾ, ਇਹਦੇ ਉੱਤੇ ਤਾਲਾ ਲਾਵੋਗੇ ਜਾਂ ਮੁੱਖ ਮੰਤਰੀ ਕੋਲ ਲੈ ਕੇ ਜਾਵੋਗੇ। ਜਿਹੜੀ ਵਿਜੀਲੈਂਸ ਦੀ ਜਾਂਚ ਮੁਕੰਮਲ ਹੋਈ ਹੈ ਉਹਨਾਂ ਅਫਸਰਾਂ ਤੋਂ ਰਿਕਵਰੀਆਂ ਕਰਾ ਕੇ ਕਿਸਾਨਾਂ ਦੇ ਪੱਲੇ ਪਾਓਗੇ। ਇਹ ਦੋਵੇਂ ਲੀਡਰ ਸਾਨੂੰ ਵਿਸ਼ਵਾਸ ਦਿਓ। ਮਰੰਡਾ ਖੰਡ ਠੀਕ ਹੈ ਤੁਸੀਂ ਜਵਾਬ ਲੈ ਲਓ ਤੁਸੀਂ ਠੀਕ ਹੈ ਸਤਨਾਮ ਜੀ, ਤੁਸੀਂ ਜਵਾਬ ਲੈ ਲਓ। ਪਹਿਲੇ ਚੀਮਾ ਸਾਹਿਬ ਕੋਲ ਲੈ ਲਓ, ਫਿਰ ਬਾਜਵਾ ਸਾਹਿਬ ਕੋਲ ਲੈ ਲਓ। ਬਾਜਵਾ ਸਾਹਿਬ ਪਹਿਲੇ ਦੀ ਜਾਂਚ ਵੀ ਕਰਾਓਗੇ ਕਿ ਇਹਦੇ ਸੰਬੰਧ ਦੇ ਵਿੱਚ ਵੀ ਇੱਕ ਹੋਰ ਚਿੱਠੀ ਲਿਖੋਗੇ? ਚੀਮਾ ਸਾਹਿਬ ਪਹਿਲੇ ਸੁਣ ਲਓ। ਚਿੱਠੀ ਕਿਉਂ ਲਿਖਾਂਗੇ? ਸਾਹਮਣੇ ਚੰਦੂ ਮਾਜਰਾ ਸਾਹਿਬ ਤੇ ਮੈਂ ਅਸੀਂ ਆਪ ਦੋਨੇ ਧਰਨੇ 'ਚ ਬੈਠੇ ਸੀ, ਜ਼ਿਆਦਾ ਦੂਰ ਨਹੀਂ, ਪਿਛਲੇ ਸਾਲ ਦੀ ਗੱਲ ਆ ਜੀ। ਇਹਦੀ ਗੱਲ ਕਰੋ, ਇਹਦੀ ਪੇਮੈਂਟ ਦੇ ਵਾਸਤੇ ਅਸੀਂ ਠੀਕ ਹੈ, ਤੁਹਾਡਾ ਸਵਾਲ ਆ ਗਿਆ ਸਤਨਾਮ ਜੀ, ਤੁਹਾਡਾ ਸਵਾਲ ਆ ਗਿਆ। ਤੁਸੀਂ ਉਹਨਾਂ ਨੂੰ ਜਵਾਬ ਲੈਣ ਦਿਓ, ਜਵਾਬ ਲਿਓ। ਚੰਦੂ ਮਾਜਰਾ ਸਾਹਿਬ ਉਦੋਂ ਐਮਪੀ ਸੀ, ਮੈਂ ਨਾਲ ਉਹਨਾਂ ਦੇ ਸਾਰੇ ਸਾਡੇ ਵਰਕਰ ਆ ਮਰਿੰਡਾ ਸ਼ੂਗਰ ਮਿਲ ਦੇ ਸਾਹਮਣੇ ਅਸੀਂ ਆਪ ਧਰਨਾ ਲਾਇਆ। ਕਿਸੇ ਹੋਰ ਆਪ ਮੈਂ ਮੌਕੇ ਦੇ ਉੱਤੇ ਆਪ ਬੈਠਾ ਸੀ। ਠੀਕ ਹੈ, ਇਸ਼ੂ ਜਿਹੜਾ ਆਪਣੇ ਸਮੇਂ ਤੇ ਕਿਉਂ ਨਹੀਂ ਲਾਇਆ? ਆਪਣੇ ਸਮੇਂ ਤੇ ਤੁਸੀਂ ਸਰਕਾਰ ਦੇ ਵਿੱਚ ਸੀ ਚੀਮਾ ਸਾਹਿਬ, ਅਸੀਂ ਆਪਣੇ ਸਮੇਂ 'ਚ ਤੁਸੀਂ ਮੰਤਰੀ ਰਹੇ ਹੋ, ਤੁਸੀਂ ਸਰਕਾਰ ਦੇ ਵਿੱਚ ਸੀ, ਤੁਹਾਨੂੰ ਧਰਨਾ ਲਾਉਣ ਦੀ ਕੀ ਲੋੜ ਪਈ ਜਦੋਂ 2016 ਦਾ ਇਸ਼ੂ ਸੀ? ਮੈਂ ਹਾਂਜੀ ਪਿਛਲੇ ਸਾਲ ਦੀ ਗੱਲ ਕਰ ਰਿਹਾ। ਪਿਛਲੇ ਸਾਲ ਇਹ 2016 ਦੀ ਗੱਲ ਕਰਦੇ ਨੇ ਸਰਦਾਰ ਸਤਨਾਮ ਜੀ। 16 ਦੀ ਨਹੀਂ, ਇਸੇ ਮਿਲ ਦੇ ਖਿਲਾਫ ਪੇਮੈਂਟ ਵਾਸਤੇ ਪਿਛਲੇ ਸਾਲ ਅਸੀਂ ਆਪ ਧਰਨਾ, ਚੰਦੂ ਮਾਜਰਾ ਸਾਹਿਬ ਤੇ ਮੈਂ, ਅਸੀਂ ਆਪ ਦੋਨੇ ਉੱਥੇ ਬੈਠੇ ਸੀ। ਠੀਕ ਹੈ ਬਾਜਵਾ ਸਾਹਿਬ ਸਤਨਾਮ ਜੀ ਇੱਕ ਮਿੰਟ ਬਾਜਵਾ ਸਾਹਿਬ ਤੁਹਾਡੇ ਕੋਲ ਵੀ ਇਹੀ ਸਵਾਲ ਸੀਗਾ ਕਿ ਕਿਆ ਤੁਹਾਡੀ ਸਰਕਾਰ ਹੈਗੀ ਹੈ? ਪਹਿਲਾ ਸਵਾਲ ਹੁੰਦਾ ਮੌਜੂਦਾ ਸਰਕਾਰ ਦੇ ਕੋਲੇ। ਠੀਕ ਹੈ, ਤੁਸੀਂ ਸਰਕਾਰ ਦਾ ਪਹਿਲੀ ਇੱਕ ਚਿੱਠਾ ਲਈ ਫਿਰਦੇ ਹੋ ਵੀ ਆ ਪੈਸੇ ਨਹੀਂ ਦੇ ਰਹੇ ਸਾਡੇ ਕਿਸਾਨਾਂ ਦੇ, ਪਰ ਹੁਣ ਜਿਹੜੀਆਂ ਇਹ ਚੀਜ਼ਾਂ ਵੀ ਨਿਕਲਦੀਆਂ ਆ ਰਹੀਆਂ ਨੇ, ਕਿਉਂਕਿ ਕਈ ਸਾਰੇ ਘਪਲੇ ਘੁਟਾਲਿਆਂ ਤੇ ਸਵਾਲ ਤੇ ਉੱਠ ਹੀ ਰਹੇ ਆ, ਉਹਨਾਂ ਨੂੰ ਲੈ ਕੇ ਸਰਕਾਰ ਦੀ ਇੰਟੈਂਸ਼ਨ ਆਖਿਰਕਾਰ ਹੈ ਕੀ ਹੈ? ਤੁਸੀਂ ਇੱਕ ਮਾਈਂਡ ਰੀਡਿੰਗ ਵੀ ਹੁੰਦੀ ਹੈ, ਇੱਕ ਬਾਡੀ ਲੈਂਗੁਏਜ ਰੀਡਿੰਗ ਵੀ ਹੁੰਦੀ ਹੈ ਜਦੋਂ ਤੁਸੀਂ ਸਰਕਾਰ ਦੇ ਕੋਲੇ ਸੀਐਮ ਦੇ ਕੋਲੇ ਜਾਂਦੇ ਹੋ, ਤੇ ਕੀ ਜ਼ਹਿਨੀਅਤ ਕੀ ਹੈਗੀ ਉਹਨਾਂ ਦੀ? ਦੇਖੋ ਮੈਂ ਇੱਕ ਗੱਲ ਦਾ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ, ਅਸੀਂ 2 ਵਾਰ ਮੈਂ ਇਸ਼ੂ ਇਹ ਪੇਮੈਂਟਸ ਦਾ ਚੁੱਕਿਆ। ਮੈਂ ਤੁਹਾਨੂੰ ਅੱਗੇ ਦੱਸਿਆ ਵੀ 10 ਦਿਨ ਪੇਮੈਂਟਸ ਹੁੰਦੀ ਰਹੀ, ਫਿਰ ਉਹੀ ਹਾਲ ਰਿਹਾ। ਇਹ ਇੱਕ ਸਮਾਂ, ਦੇਖੋ ਅਸੀਂ ਇੱਥੇ ਰਾਜਨੀਤੀ ਨਹੀਂ ਕਰਨੀ। ਚੀਮਾ ਸਾਹਿਬ ਵੀ ਮੇਰੇ ਭਰਾ ਨੇ, ਸਰਦਾਰ ਸਤਨਾਮ ਸਿੰਘ ਜੀ ਵੀ ਭਰਾ ਨੇ, ਆਪਾਂ ਰਾਜਨੀਤੀ ਨਾ ਕਰੀਏ। ਅਸੀਂ ਕਿਸਾਨਾਂ ਦਾ ਹੱਕ ਦਵਾਈਏ, ਅਸੀਂ ਕਿਸਾਨਾਂ ਦਾ ਹੱਕ ਦਵਾਈਏ, ਔਰ ਉਹਦੇ ਕਿਸਾਨਾਂ ਦੇ ਹੱਕ ਦੀ ਲੜਾਈ ਲਈ ਸਾਨੂੰ ਜੋ ਵੀ ਕਰਨਾ ਪਏਗਾ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨਾਲ ਇਸ਼ੂ ਨੂੰ ਲੈ ਕੇ ਆਵਾਂਗੇ, ਔਰ ਪੰਜਾਬ ਦੇ ਕਿਸਾਨਾਂ ਦੇ ਗੰਨਾ ਕਾਸ਼ਤਕਾਰਾਂ ਦਾ ਜਿਹੜਾ ਹੈ ਇਸ਼ੂ ਨੂੰ ਜ਼ਰੂਰ ਅਸੀਂ ਸੋਲਵ ਕਰਾਂਗੇ। ਇੱਕ ਚੀਜ਼ ਹੋਰ ਦੱਸ ਦਿਓ ਬਾਜਵਾ ਸਾਹਿਬ, ਇੱਕ ਚੀਜ਼ ਹੋਰ ਦੱਸ ਦਿਓ, ਜਿਹੜੀ ਤੁਸੀਂ ਲੈਟਰ ਲਿਖੀ ਹੈਗੀ ਹੈ ਇਹਨੂੰ ਲੈ ਕੇ ਕਿਆ ਜਿਹੜੀ ਟੇਬਲ ਟਾਕਸ ਹੁੰਦੀਆਂ ਨੇ ਪਾਰਟੀ ਲੈਵਲ ਦੇ ਉੱਤੇ ਅੰਦਰ ਇੰਟਰਨਲ ਜਿਹੜੀਆਂ ਹੁੰਦੀਆਂ ਨੇ, ਉਹਨੂੰ ਲੈ ਕੇ ਕੋਈ ਗੱਲਬਾਤ ਪਹਿਲੇ ਹੋਈ ਸੀਗੀ ਕਿ ਆਹ ਮਸਲਾ ਹੈਗਾ ਕਿਸਾਨਾਂ ਦਾ, ਪੇਮੈਂਟ ਰੁਕੀ ਹੈ 681 ਕਰੋੜ ਰੁਪਏ ਰੁਕਿਆ ਹੋਇਆ, ਇਹਨੂੰ ਅਦਾ ਕਰ ਦਿਓ, ਜਾਂ ਹਾਰ ਕੇ ਚਿੱਠੀ ਤੇ ਹੀ ਆਉਣਾ ਪਿਆ ਵੀ ਹੁਣ ਇਹਨੂੰ ਪਬਲਿਕ ਡੋਮੇਨ 'ਚ ਲਿਆਓ? ਦੇਖੋ ਮੈਂ ਤੁਹਾਨੂੰ ਅੱਗੇ ਕਹਿ ਚੁੱਕਾ ਵੀ 2 ਵਾਰ ਅਸੀਂ ਚੀਫ ਮਿਨਿਸਟਰ ਸਾਹਿਬ ਨਾਲ ਇਹ ਗੱਲ ਕੀਤੀ
ਵਿਸ਼ਵਜੀਤ ਖੰਨਾ ਜੀ ਜਿਹੜੇ ਪ੍ਰਿੰਸੀਪਲ ਸੈਕਟਰੀ, ਉਹਨਾਂ ਨੂੰ ਹਦਾਇਤ ਹੋਈ ਉਹਨਾਂ ਵੱਲੋਂ। ਉਹਨੇ ਕਿੱਥੇ ਆ ਕੇ ਗੱਲ ਕਿਉਂ, ਇਹ ਜਦੋਂ ਪੇਮੈਂਟ ਸਲੋ ਹੋ ਜਾਂਦੀ ਹੈ ਕੀ ਕਾਰਨ ਹੈ ਇਹਦਾ? ਆਪਣੇ ਆਪ ਅਸੀਂ ਹੁਣ ਸਾਡੀ ਡੋਮੇਨ ਦੇ ਵਿੱਚ ਅਸੀਂ ਇਸ ਨੂੰ ਕੀ ਕਹਿਣਾ ਚਾਹ ਰਹੇ ਹੋ? ਬਿਊਰੋਕ੍ਰੇਸੀ 'ਚ ਫਸਿਆ ਹੋਇਆ ਮਸਲਾ ਹੈ ਵੀ? ਮੈਂ ਇਹ ਨਹੀਂ ਕਹਿੰਦਾ, ਹੋ ਸਕਦਾ ਬਿਊਰੋਕ੍ਰੇਸੀ ਦੀ ਵੀ ਕੋਈ ਨਾ ਕੋਈ ਉਹਨਾਂ ਦੀ ਪ੍ਰੋਬਲਮ ਹੋਏ। ਕੀ ਵਜ੍ਹਾ ਹੈ, ਕਿਉਂ ਨਹੀਂ ਹੈ? ਅਸੀਂ ਹੁਣ ਇਸ ਚੀਜ਼ ਨੂੰ ਸੀਐਮ ਸਾਹਿਬ ਕੋਲ ਚਿੱਠੀ ਲਿਖਣ ਦਾ ਮਕਸਦ ਇੱਕੋ ਹੀ ਹੈ। ਚਿੱਠੀ ਲਿਖਣ ਦਾ ਮਕਸਦ ਇੱਕੋ ਹੀ ਹੈ ਵੀ ਅਸੀਂ ਆਪਣੇ ਕਿਸਾਨਾਂ ਨੂੰ ਇਹਦੀ ਰਾਹਤ ਦਿਵਾਈਏ। ਮੇਰੀਆਂ ਚਿੱਠੀਆਂ ਲਿਖ ਕੇ, ਜਿੱਦਾਂ ਤੁਸੀਂ ਕਿਹਾ ਵੀ ਹੋਰ ਵੀ ਲਿਖੋਗੇ, ਚਿੱਠੀਆਂ ਬਾਰ-ਬਾਰ ਲਿਖਣ ਦਾ ਕੋਈ ਫਾਇਦਾ ਨਹੀਂ, ਇੱਕੋ ਹੀ ਲਿਖੀ ਬੜੀ ਹੁੰਦੀ ਹੈ। ਉਸ ਤੋਂ ਬਾਅਦ ਤਾਲਾਬੰਦੀ, ਉਸ ਤੋਂ ਬਾਅਦ ਤਾਲਾਬੰਦੀ ਨਹੀਂ ਹੋਏਗੀ ਤੇ ਤਾਲਾਬੰਦੀ ਕਰਾਂਗੇ। ਚੀਮਾ ਸਾਹਿਬ ਕੁਝ ਮੁਸਕਰਾ ਕੇ ਕੁਝ ਰਿਐਕਟ ਕਰਨਾ ਚਾਹੁੰਦੇ ਸੀਗੇ। ਚੀਮਾ ਸਾਹਿਬ ਕੀ ਕਹਿ ਰਹੇ ਹੋ? ਨਹੀਂ, ਮੈਂ ਤਾਂ ਚੰਗੀ ਗੱਲ ਆ ਕਿ ਜੋ ਹਿੰਮਤ ਕਰਕੇ ਉਹਦੇ ਨਾਲ ਕੱਲਾ ਮਿਲ ਨੂੰ ਨਾ ਲਾਉਣ, ਨਾਲ ਡਿਸਟਿਲਰੀ ਵੀ ਸਰਕਾਰ ਨੂੰ ਬੜਾ ਚੂਨਾ ਲਾਈ ਜਾਂਦੀ ਹੈ, ਜਿਹੜੀ ਚੱਡਾ ਸ਼ੂਗਰ ਮਿਲਦੀ। ਕੱਲ 2 ਟਰੱਕ ਸ਼ਰਾਬ ਦੇ ਫੜੇ ਗਏ ਉੱਥੋਂ ਨਜਾਇਜ਼ ਬਿਨਾਂ ਕਸਾਈ ਦੇ, ਨਾਲ ਡਿਸਟਿਲਰੀ ਨੂੰ ਵੀ ਲਾ ਦਿਓ। ਅਸੀਂ ਵੀ ਤੁਹਾਡੇ ਨਾਲ ਬੈਠਾਂਗੇ। ਨਹੀਂ ਗੱਲ ਚੀਮਾ ਸਾਹਿਬ, ਤਾਲਾ ਵੱਜਾ ਤੇ ਸਾਰੀ ਨੂੰ ਗੇਟ ਨੂੰ ਵੱਜਣਾ, ਕੋਈ ਇੱਕ ਬੰਨੇ ਥੋੜਾ ਵੱਜਣਾ। ਤਾਂ ਹੀ ਚੂਨਾ ਡਿਸਟਿਲਰੀ ਨੂੰ ਵੀ ਲੱਗੇਗਾ, ਤਾਂ ਹੀ ਪੇਮੈਂਟ ਹੋਏਗੀ ਨਾ। ਪੇਮੈਂਟ ਤਾਂ ਹੀ ਹੋਏਗੀ ਜਦ ਡਿਸਟਿਲਰੀ ਨੂੰ ਹੋਏਗੀ। ਠੀਕ ਹੈ, ਸਤਨਾਮ ਜੀ ਕੁਝ ਕਹਿ ਰਹੇ ਨੇ। ਸਤਨਾਮ ਜੀ, ਤੇ ਸ਼ਰਾਬ ਦੀ ਅੱਜ ਗੱਲ ਨਹੀਂ ਹੋਣੀ ਚਾਹੀਦੀ, ਅੱਜ ਕਿਸਾਨ ਦੀ ਗੱਲ ਹੋਣੀ ਚਾਹੀਦੀ। ਕਿਸਾਨ ਬਿਲਕੁਲ ਕਿਸਾਨ ਦੀ ਹੀ ਗੱਲ ਕਰ ਰਹੇ ਹਾਂ ਸਤਨਾਮ ਜੀ, ਕਿਸਾਨ ਦੀ ਗੱਲ ਕਰ ਰਹੇ ਹਾਂ। ਭਾਰਤ ਸਰਕਾਰ ਨੇ ਜਿਹੜੀ ਜੀਰੀ ਦੀ ਕੀਮਤ ਆਈ ਹੈ, ਹਿੱਕ ਤੇ ਹੱਥ ਰੱਖ ਕੇ ਕਹੋ ਵੀ ਇਹ ਠੀਕ ਆਈ ਹੈ। ਠੀਕ ਹੈ, ਜੀਰੀ ਦੀ ਕੀਮਤ ਐਮਐਸਪੀ ਆਈ ਅੱਜ, ਅਕਾਲੀ ਦਲ ਉੱਥੇ ਸਰਕਾਰ ਦੇ ਵਿੱਚ ਬੈਠਾ, ਕੀ ਇਹ ਠੀਕ ਆਈ ਹੈ? ਨਹੀਂ, ਅਸੀਂ ਜਿਹੜੀ ਲੋੜ ਹੈ, ਅਸੀਂ ਸਮਝਦੇ ਹਾਂ ਕਿ ਅੱਜ ਕੱਲ ਜੋ ਕਿਸਾਨ ਦੇ ਖਰਚੇ ਆ ਰਹੇ ਆ, ਉਹਦੇ ਵਾਸਤੇ ਹੋਰ ਮਦਦ ਦੀ ਲੋੜ ਹੈ। ਉਹ ਜਿੱਥੇ ਗੱਲ ਕਰਨ ਦੀ ਲੋੜ ਹੈ, ਅਸੀਂ ਕਰਾਂਗੇ ਜ਼ਰੂਰ। ਠੀਕ ਹੈ, ਉਹ ਤਾਂ ਦੋ ਮੰਤਰੀ ਤੁਹਾਡੇ ਉੱਥੇ ਦਿੱਲੀ ਬੈਠੇ ਆ, ਉਹ ਕਹਿ ਰਹੇ ਨੇ ਜੀ ਐਮਐਸਪੀ ਸਵਾਮੀ ਜੀਰੀ ਦੀ ਕੀਮਤ ਦੇਤੀ। ਹਾਲੇ ਤੇ ਅੱਜ ਹੋਈ ਹੈ 53 ਪੈਸੇ 1 ਕਿਲੋ ਦੇ ਬਣਦੇ ਨੇ ਚੀਮਾ ਸਾਹਿਬ, 53 ਪੈਸੇ। ਨਹੀਂ, ਮੈਂ ਤਾਂ ਕਿਹਾ, ਮੈਂ ਤੁਹਾਡੇ ਸਹਿਮਤ ਹਾਂ ਕਿ ਅੱਜ ਤਾਂ ਖਰਚੇ ਵੱਧ ਨੇ, ਇਸ ਕਰਕੇ ਉਹ ਤਾਂ ਅੱਜ ਦੀ ਗੱਲ ਅਸੀਂ ਦੀ ਲੋੜ ਹੈ, ਕਰਾਂਗੇ ਸਾਡੀ। ਠੀਕ ਹੈ ਬਾਜਵਾ ਸਾਹਿਬ, ਇੱਕ ਹੋਰ ਬੜੀ ਇੰਪੋਰਟੈਂਟ ਚੀਜ਼ ਨਿਕਲ ਕੇ ਆ ਰਹੀ ਇਸ ਦੇ ਵਿੱਚੋਂ, ਕਿਸਾਨਾਂ ਦੀ ਮੰਗ ਹੈਗੀ ਹੈ ਕਿ ਸ਼ੂਗਰ ਪਾਲਿਸੀ ਹੋਣੀ ਚਾਹੀਦੀ ਹੈ ਕੋਈ। ਜੇ ਪਾਲਿਸੀ ਬਣੇਗੀ ਤੇ ਇੱਕ ਨੀਤੀਗਤ ਢੰਗ ਦੇ ਨਾਲ ਕੰਮ ਹੋ ਸਕਦਾ। ਤੁਹਾਨੂੰ ਲੱਗਦਾ ਕਿ ਇਸ ਪਾਸੇ ਪੋਲੀਟੀਕਲ ਵਿਲ ਹੈ ਹੀ ਨਹੀਂ, ਜਾਂ ਧਿਆਨ ਹੀ ਨਹੀਂ ਹੈਗਾ ਇਸ ਪਾਸੇ ਵੀ ਇਸ ਨੂੰ ਨੀਤੀਗਤ ਕਰ ਲਿਆ ਜਾਵੇ? ਦੇਖੋ, ਅਸੀਂ ਮੇਰਾ ਮੰਨਣਾ ਹੈ, ਐਜ਼ ਏ ਕਿਸਾਨ ਮੇਰਾ ਮੰਨਣਾ ਹੈ ਵੀ ਬਿਲਕੁਲ ਇਹਦੀ ਇੱਕ ਪਾਲਿਸੀ ਹੋਣੀ ਚਾਹੀਦੀ ਹੈ। ਜੇਕਰ ਤੁਸੀਂ ਰੋਟੇਸ਼ਨ ਪੈਡੀ ਔਰ ਵੀਟ ਦੀ ਰੋਟੇਸ਼ਨ ਨੂੰ ਤੋੜਨਾ ਚਾਹੁੰਦੇ ਹੋ, ਪਾਣੀ ਦਾ ਜਿਸ ਤਰੀਕੇ ਨਾਲ ਗਰਾਹ ਥੱਲੇ ਜਾ ਰਿਹਾ ਹੈ ਉਸ ਨੂੰ ਰੋਕਣਾ ਚਾਹੁੰਦੇ ਹੋ, ਤੇ ਇਹਦੇ ਤੇ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ। ਅਸੀਂ ਬਾਹਰਲੀ ਤੇ ਅਸੀਂ ਯੂਪੀ ਵਗੈਰਾ ਦੇ ਵਿੱਚ ਵੇਖਦੇ ਹਾਂ ਵੀ ਯੂਪੀ ਦੇ ਵਿੱਚ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰਾ, ਇੱਥੇ ਇੰਨੀ ਪ੍ਰੋਬਲਮ ਨਹੀਂ ਆਉਂਦੀ ਮਿਲਾਂ ਦੀ, ਜਿਸ ਤਰੀਕੇ ਨਾਲ ਅੱਜ ਪੰਜਾਬ ਚ ਆਣੀ ਸ਼ੁਰੂ ਹੋ ਗਈ ਹੈ। ਮੇਰੇ ਵੀਰ ਚੀਮਾ ਜੀ ਨੇ ਗੱਲ ਕੀਤੀ ਵੀ ਜਿੱਥੇ ਇੱਕ ਇਹ ਕੱਲੀਆਂ ਜਿਹੜੀਆਂ ਸ਼ੂਗਰ ਮਿਲਸ ਨੇ, ਇਹਨਾਂ ਦੇ ਵਿੱਚ ਡਿਸਟਿਲਰੀ ਵੀ ਹੈ, ਇਹਨਾਂ ਦੇ ਵਿੱਚ ਪਾਵਰ ਪਲਾਂਟ ਵੀ ਹੈ, ਇਹਨਾਂ ਦੇ ਵਿੱਚ ਇਹਨਾਂ ਦੀ ਬਰੂਰੀਜ਼ ਵੀ ਹੈ। ਤੇ ਜਦੋਂ ਜੇਕਰ ਤੁਸੀਂ ਇਹਨਾਂ ਦਾ ਨੱਕੂ ਬੰਦ ਕਰੋਗੇ ਤੇ ਨੈਚੁਰਲੀ ਇਹਨਾਂ ਨੂੰ ਦੂਜੀ ਜਗ੍ਹਾ ਜਿੱਥੋਂ ਪ੍ਰੋਫਿਟ ਖਿੱਚ ਰਹੇ ਨੇ, ਜਿੱਥੇ ਪੈਸਾ ਸੁੱਟ ਰਹੇ ਨੇ ਕਿਸਾਨਾਂ ਦਾ, ਉਸ ਲਾਲਚ ਨੂੰ ਹੋਰ ਵਧਾਉਣ ਲਈ ਵੀ ਸਾਨੂੰ ਉੱਥੋਂ ਹੋਰ ਪ੍ਰੋਫਿਟ ਹੋ ਜੇ, ਉਹ ਜਿੰਨੀ ਦੇਰ ਤੱਕ ਅਸੀਂ ਇਹਨਾਂ ਨੂੰ ਰਾਹ ਤੇ ਨਾ ਲਿਆਵਾਂਗੇ, ਪਾਲਿਸੀ ਬਣਨੀ ਬਹੁਤ ਜ਼ਰੂਰੀ ਹੈ। ਕਿਸਾਨਾਂ ਦੇ ਪੱਖ ਦੇ ਵਿੱਚ ਵੀ ਹੈ, ਕੋਈ ਵੀ ਸਰਕਾਰ, ਸਾਡੀ ਸਰਕਾਰ ਨੂੰ ਵੀ ਇਸ ਪਾਲਿਸੀ ਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ। We must come out with a sugar policy that is a must for the state. ਇਹ ਚਿੰਤਾ ਲੈ ਕੇ ਸਾਡੀ ਸਟੇਟ ਦੀ ਕਿਸਾਨੀ ਲਈ ਬਹੁਤ ਜ਼ਰੂਰੀ ਹੈ। ਪੰਜਾਬ ਦਾ ਮਸਲਾ ਨਹੀਂ ਹੈਗਾ, ਠੀਕ ਹੈ, ਅਸੀਂ ਪੰਜਾਬ ਦੇ ਵਿੱਚ ਇੱਥੇ ਬੈਠੇ ਆ, ਅਸੀਂ ਪੰਜਾਬ ਦੀ ਗੱਲ ਕਰ ਰਹੇ ਹਾਂ, ਪਰ ਇਹ ਪੰਜਾਬ ਦਾ ਮਸਲਾ ਨਹੀਂ। ਯੂਪੀ, ਗੁਜਰਾਤ, ਸਾਰੇ ਥਾਵਾਂ ਤੇ ਇੱਕੋ ਹੀ ਮਸਲਾ ਹੈ। ਗੰਨਾ ਕਿਸਾਨ ਬੀਜਦਾ ਹੈ, ਗੰਨਾ ਪੈਦਾ ਕਰਕੇ ਖਰਚਾ ਕਰਕੇ ਮਿੱਲਾਂ 'ਚ ਦੇ ਦਿੰਦਾ, ਪੈਸੇ ਨਹੀਂ ਮਿਲਦੇ। ਕੋਈ ਠੋਸ ਨੀਤੀ ਬਣਨੀ ਚਾਹੀਦੀ। ਚੀਮਾ ਸਾਹਿਬ ਨੇ ਕਿਹਾ ਵੀ ਖੰਡ ਵਿੱਚ ਘਾਟਾ ਪੈ ਜਾਏਗਾ, ਮੈਂ ਰਿਟ ਪਟੀਸ਼ਨ ਦੇ ਵਿੱਚ ਕੀਤਾ ਵੀ ਕੁਦਰਤੀ ਕੋਈ ਮਾਰਕੀਟ ਦੇ ਵਿੱਚ ਕੋਈ ਮੰਦਾ ਆ ਜਾਏ, ਖੰਡ ਬਾਰੇ ਮਿੱਲਾਂ 'ਚ ਨਾ ਵਿਕੇ, ਕੋਈ ਠੋਸ ਕੋਈ ਬੋਨਸ ਜਾਂ ਕੋਈ ਉੱਥੇ ਫੰਡ ਕਾਇਮ ਹੋਣਾ ਚਾਹੀਦਾ ਹੈ। ਸੁਪਰੀਮ ਕੋਰਟ ਕੋਈ ਡਾਇਰੈਕਸ਼ਨ ਭਾਰਤ ਸਰਕਾਰ ਨੂੰ ਦੇਵੇ, ਸੂਬਿਆਂ ਨੂੰ ਦੇਵੇ ਵੀ ਖੰਡ ਮਿੱਲਾਂ ਵਿੱਚ ਕੋਈ ਖੰਡ ਰੁਕ ਜਾਂਦੀ, ਨਹੀਂ ਵਿਕਦੀ, ਕਿਸਾਨਾਂ ਦਾ ਬਕਾਇਆ ਰੁਕ ਜਾਂਦਾ ਹੈ, ਤੇ ਕੋਈ ਨਾ ਕੋਈ ਸਰਕਾਰ ਬਾਹਰ ਫੜੇ, ਭਾਵੇਂ ਖੰਡ ਮਿੱਲਾਂ ਦੀਆਂ ਫੜ ਲੈ, ਸਾਨੂੰ ਤਾਂ ਪੈਸਾ ਮਿਲਣਾ ਚਾਹੀਦਾ ਹੈ। ਮੈਂ ਇਹਦੇ ਨਾਲ ਪਮਲ ਜੀ, ਸਤਨਾਮ ਜੀ ਦੀ ਇਸ ਗੱਲ ਨਾਲ ਸਹਿਮਤ ਹਾਂ। ਕਾਰਨ ਕੀ ਹੈ ਵੀ ਜੇ ਸਾਡੀ ਸੈਂਟਰ ਦੀ ਸਰਕਾਰ
ਡੀਜ਼ਲ ਔਰ ਪੈਟਰੋਲ ਤੇ ਇੰਨਾ ਪੈਸਾ ਕਮਾ ਸਕਦੀ ਹੈ ਜੇ ਕੱਚੇ ਤੇਲ ਦਾ ਰੇਟ ਬਿਲਕੁਲ ਬਾਟਮ ਡਾਊਨ ਤੇ ਹੈ ਔਰ ਲੱਖਾਂ ਕਰੋੜ ਹਰ ਸਾਲ ਕਮਾਉਂਦੀ ਹੈ। ਕੀ ਗੱਲ ਉਹਦੇ ਵਿੱਚੋਂ ਕੋਈ ਕਿਸਾਨਾਂ ਲਈ ਫੰਡ ਕ੍ਰੀਏਟ ਨਹੀਂ ਕੀਤਾ ਜਾ ਸਕਦਾ? ਜਿਹੜੀ ਕਿਸਾਨੀ ਹੈ ਹਿੰਦੁਸਤਾਨ ਦੀ ਬੈਕਬੋਨ ਹੈ, ਪਰ ਬਦਕਿਸਮਤੀ ਨਾਲ ਕਿਸਾਨ ਜ਼ਰੂਰੀ ਹੈ ਔਰ ਇਹਦੇ ਲਈ ਇਹ ਕਰਨਾ ਸਾਨੂੰ ਸਾਰਿਆਂ ਨੂੰ ਰਲ ਕੇ, ਮੇਰਾ ਖਿਆਲ ਹੈ ਕਿਸਾਨਾਂ ਨੂੰ ਆਪਣਾ ਇੰਡੀਆ ਦੇ ਵਿੱਚ ਸਾਰੀ ਜਿਹੜੀ ਯੂਨੀਅਨਸ ਨੇ ਇਹਨਾਂ ਨੂੰ ਇਕੱਠਾ ਹੋ ਕੇ ਸਰਕਾਰ ਨੂੰ ਇੱਕ ਪਾਲਿਸੀ ਬਣਾਉਣ ਦੇ ਉੱਤੇ ਕਹਿਣਾ ਚਾਹੀਦਾ, ਸੈਂਟਰ ਤੋਂ ਪਾਲਿਸੀ ਬਣੇ, ਸੈਂਟਰ ਵਾਲੇ ਸਟੇਟਸ ਆਪਣੀਆਂ ਪਾਲਿਸੀ ਬਣਾਉਣ, ਇਹ ਹੋਣੇ ਚਾਹੀਦੇ ਹੈ। ਚੀਮਾ ਸਾਹਿਬ, ਅਕਾਲੀ ਦਲ ਕਈ ਸਾਰੇ ਇਸ਼ੂਜ਼ ਨੂੰ ਲੈ ਕੇ ਮੈਮੋਰੈਂਡਮ ਦਿੰਦਾ, ਇੱਧਰ ਉੱਧਰ ਮੈਮੋਰੈਂਡਮ ਦਿੰਦੇ, ਠੀਕ ਹੈ ਅਧਿਕਾਰ ਹੈਗਾ ਅਕਾਲੀ ਦਲ ਦਾ ਔਰ ਇਹ ਜ਼ਰੂਰੀ ਹੁੰਦਾ ਆਪੋਜੀਸ਼ਨ ਦਾ ਸਟਰੋਂਗ ਹੋਣਾ ਔਰ ਰਿਐਕਟ ਕਰਨਾ। ਤੁਹਾਨੂੰ ਲੱਗਦਾ ਕਿ ਕੁਝ ਚੀਜ਼ਾਂ ਐਸੀਆਂ ਨੇ ਜੋ ਸੈਂਟਰ ਦੇ ਵੱਲ ਵੀ ਹੈਗੀਆਂ ਨੇ, ਸੈਂਟਰ ਦੇ ਹੱਥ 'ਚ ਹੈਗੀਆਂ ਨੇ, ਅਕਾਲੀ ਦਲ ਇਸ ਤਰ੍ਹਾਂ ਦੇ ਮੈਮੋਰੈਂਡਮ ਪੰਜਾਬ ਦੇ ਕਿਸਾਨਾਂ ਦੇ ਹੱਕ 'ਚ ਵੀ ਦੇ ਸਕਦਾ, ਚਾਹੇ ਸ਼ੂਗਰ ਪਾਲਿਸੀ ਨੂੰ ਲੈ ਕੇ ਹੋਵੇ, ਚਾਹੇ ਜਿਹੜੀ ਲਿਮਟ ਹੈਗੀ ਹੈ ਸ਼ੂਗਰ ਮਿਲਸ ਦੀ ਲਿਮਟ ਹੈਗੀ ਹੈ ਔਰ ਉਹਦੇ ਬਾਰੇ ਲਿਮਟ ਨੂੰ ਲੈ ਕੇ ਕਿਹਾ ਜਾਂਦਾ ਕਿ ਉਹ ਇੱਕ ਲਿਮਟ ਤੱਕ ਹੀ ਸ਼ੂਗਰ ਜਿਹੜੀ ਹੈਗੀ ਆ ਉਹ ਦੇ ਸਕਦੇ ਨੇ, ਉਹਦੀ ਵਜ੍ਹਾ ਨਾਲ ਰੇਟ ਬੈਲੈਂਸ, ਰੇਟ ਦੀ ਜਿਹੜੀ ਮਹਿੰਗਾਈ ਹੈਗੀ ਹੈ ਸ਼ੂਗਰ ਦੀ ਕੀਮਤਾਂ ਘੱਟ ਨਹੀਂ ਹੁੰਦੀਆਂ, ਤੇ ਕੁਝ ਚੀਜ਼ਾਂ ਨੂੰ ਲੈ ਕੇ ਅਕਾਲੀ ਦਲ ਨੂੰ ਵੀ ਤੁਹਾਨੂੰ ਲੱਗਦਾ ਇਨੀਸ਼ੀਏਟਿਵ ਲੈਣਾ ਚਾਹੀਦਾ ਸਰਕਾਰ ਦੇ ਵਿੱਚ, ਸੈਂਟਰ ਦੇ ਵਿੱਚ, ਤੇ ਤੁਸੀਂ ਵੀ ਬੈਠੇ ਹੋ। ਜ਼ਿਆਦਾਤਰ ਮਸਲੇ ਇਹਨਾਂ ਦੇ ਸਟੇਟ ਨਾਲ ਹੀ ਜੁੜੇ ਹੋਏ ਆ। ਇਸ ਜਿੰਨੀ ਦਿਨ ਸਾਡੀ ਗਵਰਨਮੈਂਟ ਰਹੀ ਹੈ ਇਹ ਨਹੀਂ ਇੱਕ ਮਸਲਾ ਹੁੰਦਾ, ਬਹੁਤ ਮਸਲੇ ਇਹਨਾਂ ਦੇ ਹੁੰਦੇ ਆ ਔਰ ਜੋ ਸਾਡੇ ਲੈਵਲ ਤੇ ਟੇਕ ਅਪ ਕਰਨਾ ਹੁੰਦਾ ਅਸੀਂ ਆਪ ਵੀ ਕਰਦੇ ਰਹੇ ਹਾਂ, ਜਿਹੜਾ ਗਵਰਨਮੈਂਟ ਆਫ ਇੰਡੀਆ ਦੇ ਲੈਵਲ ਤੇ ਟੇਕ ਅਪ ਕਰਨਾ ਹੁੰਦਾ ਉਹਨਾਂ ਦੇ ਲੈਵਲ ਦੇ ਉੱਤੇ ਵੀ ਟੇਕ ਅਪ ਕਰਦੇ ਰਹੇ। ਇਸ ਕਰਕੇ ਜਿਹੜੀ ਵੀ ਗਵਰਨਮੈਂਟ ਇਸ ਵੇਲੇ ਸਿਸਟਮ ਦੇ ਵਿੱਚ ਬੈਠੀ ਹੈ, ਕੁਦਰਤੀ ਗੱਲ ਹੈ ਕਿ ਜਿਹੜੀ ਵੀ ਕੋਈ ਉਹ ਵੀ ਇੱਕ ਇੰਡਸਟਰੀ ਹੈ ਜਿਹੜੀ ਸ਼ੂਗਰ ਮਿਲ ਦੀ ਵੀ, ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਹੈਗੀਆਂ ਜਿਹੜੀਆਂ ਇਹਨਾਂ ਦੇ ਲੈਵਲ ਤੇ ਇਹਨਾਂ ਨੂੰ ਹੱਲ ਕਰਨੀਆਂ ਪੈਣੀਆਂ, ਜਿਹੜੀਆਂ ਉੱਤੇ ਲੈ ਕੇ ਜਾਣ ਦੀ ਉੱਤੇ ਉਹਨਾਂ ਨੂੰ ਜਾ ਪਈ ਗਵਰਨਮੈਂਟ ਆਫ ਇੰਡੀਆ। ਇਹ ਨਹੀਂ ਹੁੰਦਾ ਕਿ ਗਵਰਨਮੈਂਟ ਉੱਤੇ ਕਿਸੇ ਹੋਰ ਪਾਰਟੀ ਦੀ, ਅਸੀਂ ਲੰਬਾ ਸਮਾਂ ਰਹੇ ਹਾਂ, ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਗਵਰਨਮੈਂਟ ਸੀ, ਇਹ ਨਹੀਂ ਹੁੰਦਾ ਕਿ ਗਵਰਨਮੈਂਟ ਉੱਤੇ ਕੋਈ ਗਵਰਨਮੈਂਟ ਦੇ ਲੈਵਲ ਤੇ ਟੇਕ ਅਪ ਨਹੀਂ ਕਰਦੀ ਜਾਂ ਸਾਰੇ। ਇਸ ਕਰਕੇ ਜਿਹੜਾ ਸਿਸਟਮ ਦੇ ਵਿੱਚ ਬੈਠਾ, ਪਰ ਅਫਸੋਸ ਇਹ ਹੈ ਕਿ ਜਿਹੜੀ ਸਰਕਾਰ ਇਸ ਵੇਲੇ ਸਾਡੀ ਬੈਠੀ ਹੈ, ਹੁਣ ਸਾਡੇ ਫਤਿਹ ਜੰਗ ਹਰੀ ਤੇ ਸ਼ਾਇਦ ਨਾ ਇਹਨਾਂ ਖੁੱਲ ਕੇ ਕਹਿ ਸਕਣ ਅੰਦਰੋਂ ਭਾਵੇਂ ਜਿੰਨਾ ਮਰਜ਼ੀ ਦੁਖੀ ਹੋਣ, ਪਰ ਸਾਡੇ ਤੇ ਇੱਥੇ ਕੈਬਨਿਟ ਦੇ ਮਿਨਿਸਟਰਾਂ ਨੂੰ ਮਿਲਦਾ, ਉਹ ਤੇ ਜ਼ਿਆਦਾ ਝਗੜਾ ਪੈ ਗਿਆ ਤੇ ਇੱਕ ਵਾਰੀ ਉਹਨਾਂ ਨੂੰ 2.5 ਮਹੀਨਿਆਂ 'ਚ ਕੱਢ ਕੇ ਆਉਣਾ ਪਿਆ ਇੱਥੇ ਪੰਜਾਬ ਭਵਨ, ਨਹੀਂ ਤਾਂ ਜਿਹੜੇ 2.5 ਮਹੀਨੇ ਤੋਂ ਦਰਸ਼ਨ ਨਹੀਂ ਹੁੰਦੇ ਕਿਸੇ ਦੇ ਮੁੱਖ ਮੰਤਰੀ ਸਾਹਿਬ ਨੂੰ, ਕਿਸੇ ਮੰਤਰੀ ਨੂੰ, ਕਿਸੇ ਐਮਐਲਏ ਨੂੰ, ਕਿਸੇ ਦੂਜੇ ਨੂੰ, ਤੇ ਇੱਥੇ ਬਾਕੀ ਗੰਨੇ ਮਿਲਣ ਦੇ ਕਿੰਨੇ ਕਿਸੇ ਨੇ ਮਿਲਣਾ ਤੇ ਕਿਸਾਨ ਕਿਹੜੇ ਕਿਸੇ ਨੇ ਕਰਕੇ ਸੀਨੀਅਰ ਬੰਦਿਆਂ ਲਿਖੀਆਂ ਪਈਆਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਵਰਗਿਆਂ ਨੂੰ ਵੀ, ਜਿਹੜੇ ਸੂਬੇ ਦੇ ਪ੍ਰਧਾਨ ਵੀ ਰਹੇ ਆ, ਸਾਬਕਾ ਮੰਤਰੀ ਵੀ ਰਹੇ ਆ, ਰਾਜ ਸਭਾ ਦੇ ਮੈਂਬਰ ਆ, ਕਾਂਗਰਸ ਦੇ ਲੀਡਰ ਆ, ਜੇ ਉਹਨਾਂ ਦੀ ਵੀ ਐਕਸੈਸ ਨਹੀਂ ਹੈਗੀ ਤੁਸੀਂ ਦੱਸੋ ਕਿ ਮੁੱਖ ਮੰਤਰੀ ਸਾਹਿਬ ਤੱਕ, ਤੇ ਫਿਰ ਆਮ ਕਿਸਾਨ ਨੇ ਜਾਂ ਜਥੇਬੰਦੀ ਨੇ ਜਾਂ ਦੂਜੀਆਂ ਪਾਰਟੀਆਂ ਨੇ ਕਿਸੇ ਨੇ ਕੀ ਮਿਲਣਾ। ਬਾਜਵਾ ਸਾਹਿਬ ਤੁਹਾਨੂੰ ਜਵਾਬ ਦੇ ਰਹੇ ਨੇ ਬਾਜਵਾ ਸਾਹਿਬ, ਪਰ ਜੋ ਤੁਸੀਂ ਚੀਮਾ ਸਾਹਿਬ ਨੂੰ ਜਵਾਬ ਦੇ ਰਹੇ ਹੋ ਉਹਦੇ ਨਾਲ ਇੱਕ ਸਵਾਲ ਵੀ ਲੈ ਲਓ। ਜਿਸ ਸਮੇਂ ਪਿਛਲੇ ਸਮੇਂ ਦੌਰਾਨ ਬੜਾ ਲੰਬੀ ਚਰਚਾ ਹੋਈ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਿਸਾਨ ਕਰਜ਼ਿਆਂ ਦੀ, ਕਿਸਾਨ ਖੁਦਕੁਸ਼ੀਆਂ ਦੀ, ਕਾਂਗਰਸ ਦੀ ਫਲੈਗਸ਼ਿਪ ਸਕੀਮ ਸੀਗੀ, ਤੁਹਾਨੂੰ ਲੱਗਦਾ ਹੁਣ ਜਿਹੜੀ ਪੇਮੈਂਟ ਦਾ ਨਾ ਹੋਣਾ ਇਹ ਦੁਬਾਰਾ ਉਹੀ ਗੇਟਵੇ ਖੋਲਣ ਵਾਲੀ ਗੱਲ ਹੈਗੀ ਹੈ ਕਿ ਜੇ ਕਰਜ਼ਾ ਹੈਗਾ ਤੇ ਫਿਰ ਕਰਜ਼ਾ ਹੋਰ ਗਾਂਹ ਲੈਣ ਦੇ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਦਾ ਕਿਸਾਨਾਂ ਦੇ ਕੋਲੇ, ਤੇ ਜੇ ਕਰਜ਼ਾ ਓਵਰਲੋਡਡ ਹੋ ਜਾਂਦਾ ਤੇ ਫਿਰ ਉਹਦਾ ਅੰਜਾਮ ਪੰਜਾਬ ਪਹਿਲੇ ਦੇਖ ਚੁੱਕਿਆ। ਪਮਲ ਜੀ, ਪਹਿਲੇ ਤੇ ਮੈਂ ਚੀਮਾ ਸਾਹਿਬ ਮੇਰੇ ਭਰਾ ਕਹਿ ਰਹੇ ਸੀ, ਮੈਂ ਇਹਨਾਂ ਨੂੰ ਕਹਿ ਰਿਹਾ ਵੀ ਘੱਟੋ ਘੱਟ ਅਸੀਂ ਆਪਣੀ ਆਵਾਜ਼ ਬੁਲੰਦ ਕਰਦੇ ਆ ਕਿਉਂਕਿ ਅਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ, ਸਾਡਾ ਫਰਜ਼ ਬਣਦਾ, ਇਖਲਾਕੀ ਫਰਜ਼ ਬਣਦਾ। ਸੈਕੰਡਲੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਪਮਲ ਜੀ, ਮੈਂ ਇਹ ਸਮਝਣਾ ਵੀ ਅੱਜ ਜਿਹੜੇ ਕਰਜ਼ੇ ਦੀ ਗੱਲ ਹੈ, ਸੂਬਾ ਸਰਵਾਈਵ ਨਹੀਂ ਕਰ ਸਕਣ ਡਿਆ, ਜਿੰਨੇ ਕਰਜ਼ੇ ਤੁਹਾਨੂੰ ਜਿੰਨਾ ਭਾਰ ਵਧੀ ਜਾਣਾ, ਸਰਕਾਰਾਂ ਤੇ ਵੀ ਵਧਣਾ, ਕਿਸਾਨਾਂ ਤੇ ਵੀ ਵਧਣਾ, ਪਰ ਜੇਕਰ ਇਹੋ ਹੀ ਸਿਸਟਮ ਨੂੰ ਆਪਾਂ ਸਹੀ ਕਰ ਲਈਏ, ਜੇ ਪੇਮੈਂਟ ਕਿਸਾਨ ਨੂੰ ਸਹੀ ਢੰਗ ਨਾਲ ਹੋਏ ਤੇ ਕਿਸਾਨ ਨੂੰ ਕਰਜ਼ਾ ਲੈਣ ਦੀ ਕੀ ਲੋੜ ਹੈ। ਕਿਸਾਨ ਕਰਜ਼ਾ ਕਦੋਂ ਲੈਂਦਾ ਹੈ? ਜਦੋਂ ਉਹ ਬਿਲਕੁਲ ਪਿੱਛੇ ਕੁਝ ਰਹਿ ਨਹੀਂ ਜਾਂਦਾ, ਕੋਈ ਖਰਚਾ ਕਰਨ ਲਈ ਨਹੀਂ ਰਹਿ ਜਾਂਦਾ, ਬੱਚਿਆਂ ਦੀਆਂ ਫੀਸਾਂ ਲਈ ਨਹੀਂ ਰਹਿ ਜਾਂਦਾ। ਜਿਹੜੇ ਕਰਜ਼ੇ ਦਾ ਸਮੱਸਿਆ ਹੈ ਨਾ, ਇਹ ਮੁੱਖ ਤੌਰ ਤੇ ਦੇਸ਼ ਦੀ ਖੇਤੀ ਨੀਤੀ ਨਾਲ ਜੁੜੀ ਹੋਈ ਹੈ ਗੱਲ। ਇਹ ਕਿਸੇ ਸੂਬੇ ਜਾਂ ਭਾਰਤ ਸਰਕਾਰ ਦਾ ਜ਼ਿੰਮੇਵਾਰ ਤਾਂ ਹੈਗੀ ਭਾਰਤ ਸਰਕਾਰ, ਜਿੰਨਾ ਚਿਰ ਦੇਸ਼ ਦੀ ਖੇਤੀ ਨੀਤੀ ਐਮ.ਐਸ. ਸਵਾਮੀਨਾਥਨ ਕਦੋਂ ਬਣਿਆ, ਡਾਕਟਰ ਮਨਮੋਹਨ ਸਿੰਘ ਨੇ ਬਣਾਇਆ, ਔਰ ਸਵਾਮੀਨਾਥਨ ਨੇ ਇਮਾਨਦਾਰੀ ਨਾਲ ਦੇਸ਼ ਨੂੰ, ਕਿਸਾਨ ਨੂੰ ਬਚਾਉਣ ਵਾਸਤੇ ਰਿਪੋਰਟ ਦਿੱਤੀ, ਕਾਂਗਰਸ ਪਾਰਟੀ ਨੇ ਦੱਬ ਲਈ।
ਛੱਬਣ ਤੋਂ ਬਾਅਦ ਅਸੀਂ ਸੁਪਰੀਮ ਕੋਰਟ ਚਲੇ ਗਏ, ਮੈਂ ਦਸਤਖਤ ਥੱਲੇ ਚਲਾ ਗਿਆ। ਜਦੋਂ 2014 ਵਿੱਚ ਚੋਣਾਂ ਆਈਆਂ, ਆਪਣੇ ਚੀਮਾ ਸਾਹਿਬ ਬੀਜੇਪੀ ਨੇ ਚੋਣ ਮਨੋਰਥ ਪੱਤਰ 'ਚ ਇਸ ਤਰ੍ਹਾਂ ਪਾਤਾ ਵੀ ਜਿਹੜਾ ਕਾਂਗਰਸ ਨੇ ਕੰਮ ਨਹੀਂ ਕੀਤਾ ਅਸੀਂ ਕਰਾਂਗੇ, ਕਿ ਸਾਨੂੰ ਵੋਟਾਂ ਪਾਓ। ਅਸੀਂ ਵੋਟਾਂ ਪਾ ਦੀਆਂ, ਆਪਣੇ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣ ਗਏ ਤੇ ਮੋਦੀ ਸਾਹਿਬ ਨੇ ਮੇਰੀ ਰਿਟਪਟੇਸ਼ਨ ਦੇ ਵਿੱਚ ਇੱਕ ਬਹੁਤ ਵੱਡੀ ਸਤਨਾਮ ਜੀ, ਮੈਂ ਸਤਨਾਮ ਜੀ ਜੋ ਤੁਸੀਂ ਗੱਲ ਕਹਿ ਰਹੇ ਹੋ, ਸਤਨਾਮ ਜੀ ਜੋ ਤੁਸੀਂ ਗੱਲ ਕਹਿ ਰਹੇ ਹੋ ਮੈਂ ਸਮਝ ਰਿਹਾ। ਪੰਜਾਬ ਦੀ ਅਸੀਂ ਪਹਿਲੇ ਪੰਜਾਬ ਤੇ ਸਤਨਾਮ ਜੀ ਅਸੀਂ ਪੰਜਾਬ ਦੇ ਉੱਤੇ ਫੋਕਸ ਕਰਕੇ ਗੱਲ ਕਰੀਏ ਪਹਿਲੇ ਫਿਲਹਾਲ ਦੀ ਘੜੀ। ਜਿਹੜੀ ਪੇਮੈਂਟ ਨਾ ਹੋਣਾ, ਜਿਹੜਾ ਪਹਿਲੇ ਚਰਚਾ ਰਹੀ ਹੈ ਰਾਜਨੀਤੀ ਦੇ ਵਿੱਚ, ਜੇ ਪੇਮੈਂਟ ਨਹੀਂ ਹੁੰਦੀ ਕਿਸਾਨਾਂ ਦੇ ਖਰਚੇ ਕਿਵੇਂ ਚੱਲਣਗੇ ਗਾਂ, ਕਰਜ਼ ਲੈਣ ਤੋਂ ਇਲਾਵਾ ਲਏ ਹੋਏ ਕਰਜ਼ ਚੁਕਾਏ ਕਿਸ ਤਰ੍ਹਾਂ ਜਾਣਗੇ, ਸਿਚੁਏਸ਼ਨ ਫਿਰ ਉਸੇ ਪਾਸੇ ਨੂੰ ਜਾਏਗੀ। ਮੇਰਾ ਸਵਾਲ ਇਹ ਸੀਗਾ। ਨਹੀਂ, ਮੇਰਾ ਸਵਾਲ ਇੱਕੋ ਹੀ ਹੈ। ਮੈਂ ਦੋ ਲੀਡਰ ਬੜੇ ਪ੍ਰਭਾਵਸ਼ਾਲੀ ਲੀਡਰ ਨੇ ਔਰ ਬਹੁਤ ਵੱਡੀਆਂ ਪਾਰਟੀਆਂ ਦੇ ਰਾਜ ਸੱਤਾ ਦੇ ਉੱਤੇ ਕਈ ਰਹੇ ਨੇ, ਕੋਈ ਆਉਣ ਵਾਲੇ ਨੇ। ਮੈਂ ਇਹਨਾਂ ਨੂੰ ਬੇਨਤੀ ਕਰਨਾ ਵੀ ਅੱਜ ਪੰਜਾਬ ਦੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਵੋ ਵੀ ਤੁਸੀਂ ਲੀਡਰ ਦੋਵੇਂ ਸਾਨੂੰ ਇੱਕ ਤਰੀਕ ਦੇ ਦਿਓ। ਪੂਰੇ ਦੇਸ਼ ਦੀਆਂ ਪੰਜਾਬ ਦੀਆਂ ਜਥੇਬੰਦੀਆਂ ਤੁਹਾਡੀ ਪਿੱਠ ਤੇ ਆ ਜਾਣਗੀਆਂ। ਤੁਸੀਂ ਮਰਾਡਾ ਖੰਡ ਮਿਲ ਦੇ ਸਾਹਮਣੇ ਕਦੋਂ ਧਰਨਾ ਦਿੰਦੇ ਹੋ ਇਹ ਕੱਪੜੇ ਨੂੰ ਕੱਢਣ ਵਾਸਤੇ? ਔਰ ਜਿਹੜੀਆਂ ਮਿੱਲਾਂ ਦੇ ਸਾਹਮਣੇ ਬਕਾਇਆ ਹੈ, ਤੁਸੀਂ ਦੋਵੇਂ ਲੀਡਰ ਕਦੋਂ ਬਹਿੰਦੇ ਹੋ ਤੇ ਹਜ਼ਾਰਾਂ ਕਿਸਾਨ ਅਸੀਂ ਤੁਹਾਡੀ ਪਿੱਠ ਤੇ ਬਹਿ ਜਾਾਂਗੇ ਤੇ ਫਿਰ ਤੁਹਾਡੀ ਇੱਜ਼ਤ ਵਧੇਗੀ, ਤੁਹਾਡੀ ਵਿਅਕਤੀਗਤ ਵੀ ਤੁਹਾਡੀ ਸ਼ਾਨ ਵਧੇਗੀ। ਤੇ ਜੇ ਮੇਰੇ ਇੱਥੇ ਠੀਕ ਹੈ ਸਤਨਾਮ ਜੀ ਖੰਡ ਮਿਲ ਨੂੰ ਤੁਹਾਡੇ ਸਤਨਾਮ ਜੀ ਮੋਰਿੰਡਾ ਖੰਡ ਮਿਲ ਨੂੰ ਲੈ ਕੇ ਤੁਹਾਨੂੰ ਜਵਾਬ ਦੋਨੋਂ ਲੋਕ ਦੇ ਚੁੱਕੇ ਨੇ। ਪਹਿਲੇ ਚੀਮਾ ਸਾਹਿਬ ਜਿਹੜੀ ਪੇਮੈਂਟ ਦਾ ਨਾ ਹੋਣਾ, ਜਿਹੜਾ ਅਸੀਂ ਸਵਾਲ ਕਰ ਰਹੇ ਹਾਂ, ਇਹਨਾਂ ਨੂੰ ਕਿਹਾ ਕਿ ਜਿਹੜਾ ਵੀ ਇਹਨਾਂ ਨੂੰ ਲੱਗਦਾ ਕਿ ਕੋਈ ਘਪਲਾ ਹੋਇਆ ਉਹ ਤਾਂ ਮੌਜੂਦਾ ਗਵਰਨਮੈਂਟ ਨੇ ਜਿਹੜਾ ਜੋ ਐਕਸ਼ਨ ਲੈਣਾ, ਕਿਉਂਕਿ ਹੁਣ ਤਾਂ 3 ਸਾਲ ਤੋਂ ਕਾਂਗਰਸ ਦਾ ਰਾਜ ਹੈ, ਭਾਵੇਂ 16 ਦਾ ਭਾਵੇਂ 17 ਦਾ, ਕਿਉਂਕਿ ਫੈਸਲਾ ਤਾਂ ਮੌਜੂਦਾ ਗਵਰਨਮੈਂਟ ਨੇ ਕਰਨਾ। ਜੇ ਉਹਨਾਂ ਦੀ ਤਸੱਲੀ ਨਹੀਂ ਹੈ ਤਾਂ ਇਹ ਫਤਿਹ ਜੰਗ ਜੀ ਬੈਠੇ ਆ, ਇਹਨਾਂ ਨੂੰ ਨਾਲ ਆ ਕੇ ਇਹਦੇ ਵਿੱਚ ਕੋਈ ਸਾਡੇ ਕੋਲ ਤਾਂ ਕਿਸੇ ਨੂੰ ਕੋਈ ਲੁਕਾਉਣ ਵਾਲੀ ਗੱਲ ਹੀ ਨਹੀਂ ਹੈ, ਕਿਉਂਕਿ ਮੌਜੂਦਾ ਸਰਕਾਰ ਨੇ ਤੁਹਾਨੂੰ ਵੀ ਪਤਾ ਐਕਸ਼ਨ ਲੈਣਾ। ਜੇ ਉਹ ਨਹੀਂ ਕਰਨੇ ਵਾਸਤੇ ਜਦੋਂ ਮਰਜ਼ੀ ਰੱਖ ਲਿਓ, ਅਸੀਂ ਤੁਹਾਡੇ ਨਾਲ ਆ ਕੇ ਬਹਿ ਜਾਵਾਂਗੇ। ਠੀਕ ਹੈ, ਪਰ ਚੀਮਾ ਸਾਹਿਬ ਜਿਹੜੀ ਸਰਕਾਰ ਦੀ ਸਿਚੁਏਸ਼ਨ ਹੈਗੀ ਹੈ, ਉਹਨੂੰ ਤੁਸੀਂ ਇਸ ਤਰ੍ਹਾਂ ਕਿਵੇਂ ਦੇਖ ਰਹੇ ਹੋ? ਜਿਵੇਂ ਹੁਣ ਸਰਕਾਰ ਦੇ ਐਮਐਲਏ ਮਜਬੂਰ ਹੈ, ਜਿਵੇਂ ਸਰਕਾਰ ਦੀ ਸਿਚੁਏਸ਼ਨ ਹੈਗੀ ਹੈ, ਸਰਕਾਰ ਦੇ ਐਮਐਲਏ ਮਜਬੂਰ ਨੇ ਕਿ ਸਾਨੂੰ ਲੈਟਰ ਲਿਖਣਾ ਪੈ ਰਿਹਾ ਹੈਗਾ। ਇਹ ਠੀਕ ਹੈ, ਆਪਦੀ ਗੱਲ ਰੱਖਣੀ ਜ਼ਰੂਰੀ ਹੈਗੀ ਹੈ, ਪਰ ਜਦੋਂ ਤੁਹਾਨੂੰ ਲੱਗਦਾ ਕਿ ਜਿਹੜੀ ਮੈਂ ਪਹਿਲੇ ਗੱਲ ਕਹੀ ਸੀਗੀ ਇਹ ਮਜਬੂਰੀ ਦਾ ਕਾਰਨ ਹੈਗਾ? ਨਹੀਂ, ਮੈਂ ਫਤਿਹ ਜੰਗ ਬਾਜਵਾ ਜੀ ਨੂੰ ਵੀ, ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਬੇਨਤੀ ਕਰਨਾ ਵੀ ਜੇ ਤਾਂ ਪੰਜਾਬ ਦਾ ਤੁਸੀਂ ਭਲਾ ਕਰਨਾ ਤੇ ਉਹ ਖੰਡ ਮਿਲ ਨੂੰ ਤਾਲਾ ਮਾਰਨ ਦੀ ਬਜਾਏ ਮੁੱਖ ਮੰਤਰੀ ਦੇ ਦਫ਼ਤਰ ਨੂੰ ਤਾਲਾ ਮਾਰੋ, ਸਾਰੇ ਪੰਜਾਬ ਦਾ ਭਲਾ ਹੋ ਜੇ। ਕਿਉਂਕਿ ਜਦੋਂ ਇੱਥੇ ਬਹਿਣਾ ਹੀ ਨਹੀਂ ਕਿਸੇ ਨੇ, 2 ਮਹੀਨੇ ਹੋ ਗਏ, ਸਭ ਤੋਂ ਵੱਡੀ ਸੰਕਟ ਦੀ ਘੜੀ ਸੀ, ਤੇ ਜੇ ਉੱਥੇ ਮੁੱਖ ਮੰਤਰੀ ਸਾਹਿਬ ਨੇ ਨਹੀਂ ਆਉਣਾ, ਸੈਕਟਰੀਏਟ ਦੇ ਵਿੱਚ ਨਹੀਂ ਆਉਣਾ, ਤੇ ਇੱਕ ਮਿਲ ਨੂੰ ਤਾਲਾ ਮਾਰ ਕੇ ਕੀ ਕਰਨਾ? ਜਿੱਥੋਂ ਸਾਰਾ ਪ੍ਰਬੰਧ ਦਾ ਬੇੜਾ ਗਰਕ ਹੈ ਉੱਥੇ ਆ ਤਾਲਾ ਮਾਰੋ, ਅਸੀਂ ਵੀ ਤੁਹਾਡੇ ਨਾਲ ਆ। ਤੁਸੀਂ ਇਹ ਨਾ ਸਮਝੋ ਕਰ ਲਿਓ ਅਸੀਂ ਵੀ ਤੁਹਾਡੇ ਨਾਲ ਆ। ਇੱਥੇ ਮੁੱਖ ਮੰਤਰੀ ਦਫ਼ਤਰ ਨੂੰ ਤਾਲਾ ਮਾਰੋ ਕਿ ਕਾਹਦੇ ਵਾਸਤੇ? ਇੱਥੇ 24 ਘੰਟੇ ਬੱਚੀਆਂ ਜਗਾਈ ਰੱਖਦੇ ਹੋ, ਖਰਚਾ ਪਾਉਂਦੇ ਹੋ, ਸਟਾਫ ਬੈਠਾ, ਇੱਥੇ ਕਿਸੇ ਨੇ ਫੈਸਲਾ ਹੀ ਨਹੀਂ ਕਰਨਾ, ਕਿਸੇ ਨੇ ਸਿਵਲ ਸੈਕਟਰੀਏਟ ਦੇ ਵਿੱਚ ਹੀ ਨਹੀਂ ਆਉਣਾ। ਤੇ ਮੈਂ ਕਹਿੰਦਾ ਕਿ ਇਹਨਾਂ ਨੂੰ ਅਸਲੀ ਥਾਂ ਦੇ ਉੱਤੇ ਤਾਲਾ ਮਾਰਨਾ ਚਾਹੀਦਾ। ਉਹ ਠੀਕ ਹੈ, ਮੇਰੇ ਉੱਥੇ ਇੱਕ ਇਸ਼ੂ ਹੈ, ਪਰ ਇਹਦੇ ਨਾਲ ਸਾਰੇ ਪੰਜਾਬ ਦੇ ਇਸ਼ੂ ਹੱਲ ਹੋ ਜਾਣਗੇ ਵੀ ਜੇ ਲੋਕਾਂ ਨੇ ਐਡੀ ਵੱਡੀ ਸ਼ਕਤੀ ਦਿੱਤੀ ਹੈ ਤੇ ਜੇ ਆ ਕੇ ਸੈਕਟਰੀਏਟ 'ਚ ਬਹਿਣਾ ਨਹੀਂ, ਮੁੱਖ ਮੰਤਰੀ ਨਿਵਾਸ ਤੇ ਨਹੀਂ ਬਹਿਣਾ, ਤੇ ਫਿਰ ਲੋਕਾਂ ਦਾ ਮਸਲਾ ਨਹੀਂ ਹੱਲ ਕਰਨਾ, ਫਿਰ ਇਹਨੂੰ ਜਿੰਦਰਾ ਮਾਰ ਉਹਦੇ ਨਾਲ ਇੱਕ ਵੱਡਾ ਜਾਏਗਾ। ਮੇਰੀ ਤੇ ਇਹਨਾਂ ਨੂੰ ਇਹ ਰਾਏ ਆ ਕਿ ਸਹੀ ਥਾਂ ਤੇ ਜਿੰਦਰਾ ਮਾਰੋ, ਸਾਰਾ ਪੰਜਾਬ ਤੁਹਾਡੇ ਨਾਲ ਇਸ ਗੱਲ ਤੇ। ਪਰ ਇਸ ਦੇ ਵਿੱਚ ਇੱਕ ਚੀਜ਼ ਜਿਹੜੀ ਹੋਰ ਨਿਕਲ ਕੇ ਆ ਰਹੀ ਹੈ ਚੀਮਾ ਸਾਹਿਬ, ਕਿਆ ਪੋਲੀਟੀਕਲ ਪ੍ਰੈਫਰੈਂਸ ਕੰਮ ਕਰਦੀ ਇਹਦੇ 'ਚ? ਕਿਉਂਕਿ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀਆਂ ਮਿੱਲਾਂ ਹੈਗੀਆਂ ਨੇ, ਕੁਝ ਗਿਣੇ ਚੁਣੇ ਲੋਕਾਂ ਨੂੰ ਪੇਮੈਂਟ ਹੁੰਦੀ ਹੈ ਉਹਦੀ, ਜਿਹੜੇ ਕਿਸਾਨ ਕੁਝ ਥੋੜੇ ਜਿਹੜੀ ਪ੍ਰੈਫਰੈਂਸ ਹੁੰਦੀ ਹੈ ਕੁਝ ਮਿਲ ਦੇ ਲੋਕਾਂ ਦੀ, ਕੋਈ ਕਿਸੇ ਐਮਐਲਏ ਕੋ ਫੋਨ ਕਰਵਾਤਾ, ਸਰਕਾਰ ਦੇ ਕਿਸੇ ਨੁਮਾਇੰਦੇ ਕੋ ਫੋਨ ਕਰਵਾਤਾ, ਉਹਨਾਂ ਦੀ ਪੇਮੈਂਟ ਹੋ ਜਾਂਦੀ ਹੈ, ਬਾਕੀ ਕਈ ਕਿਸਾਨ ਐਵੇਂ ਰਹਿ ਜਾਂਦੇ ਚੱਕਰ ਲਾਉਂਦੇ। ਨਹੀਂ, ਗੱਲ ਇਹ ਹੈ ਨਾ ਕਿ ਦੇਖੋ ਕਿਸਾਨ ਸਾਰਾ ਬਰਾਬਰ ਹੈ, ਹਰ ਇੱਕ ਨੇ ਆਪਣੀ ਜਿਣਸ ਵੇਚੀ ਹੈ, ਮਿਹਨਤ ਦੀ ਕਮਾਈ ਵੇਚੀ ਹੈ, ਕੋਈ ਕਿਸੇ ਦੇ ਉੱਤੇ ਆਸਾਨ ਤਾਂ ਹੈ ਨਹੀਂ। ਇਹ ਠੀਕ ਹੈ ਤੁਹਾਡੀ ਗੱਲ ਹੁੰਦਾ ਕੁਝ ਥਾਵਾਂ ਦੇ ਉੱਤੇ ਕਿ ਜੇ ਕੋਈ ਰੂਲਿੰਗ ਧਿਰ ਕਿਸੇ ਵੱਡੇ ਬੰਦੇ ਨੇ ਫੋਨ ਕਰ ਦਿੱਤਾ ਤੇ ਉਹਨੂੰ ਓਬਲਾਈਜ਼ ਕਰ ਦਿੱਤਾ, ਪਰ ਇਹ ਸਿਸਟਮ ਨਹੀਂ ਹੋਣਾ ਚਾਹੀਦਾ। ਜਿਵੇਂ ਕਿਸਾਨ ਨੇ ਆਪਣੀ ਜਿਣਸ ਵੇਚੀ ਹੈ, ਉਸੇ ਸੀਕਤ ਦੇ ਵਿੱਚ ਨਾਲ ਦੀ ਨਾਲ ਉਹਨੂੰ ਸਮਾਬੱਧ ਤਰੀਕੇ ਦੇ ਨਾਲ ਪੇਮੈਂਟ ਹੋਣੀ ਚਾਹੀਦੀ। ਚਲੋ ਕਿਤੇ ਬਹੁਤੀ ਡੜੇ, ਕਿਤੇ ਟੈਂਪਰੇਰੀ ਮਾਰਕੀਟ ਦੇ ਕਰਕੇ ਕੋਈ 5-7-10 ਦਿਨ ਦੀ ਹੋ ਜਾਂਦੀ ਹੈ, ਉਨੀ ਕੁ
ਕਿਸਾਨ ਵੀ ਗੁੱਸਾ ਨਹੀਂ ਕਰਦਾ। ਕਿਸਾਨ ਦਾ ਦਿਲ ਇੰਨਾ ਛੋਟਾ ਨਹੀਂ ਹੁੰਦਾ। ਜੇ ਉਹਨੂੰ ਲੱਗੇ ਕਿ ਵਾਕਈ ਕੋਈ 10-15 ਦਿਨ ਦੀ ਸਮੱਸਿਆ ਜੈਨੂਨ ਹੈ ਤਾਂ ਕਿਸਾਨ ਕਦੀ ਇੰਨੀ ਗੱਲ ਵਾਸਤੇ ਪ੍ਰੋਟੈਸਟ ਨਹੀਂ ਕਰਦਾ। ਪਰ ਜੇ ਹੁਣ ਪਿਛਲੇ ਸਾਲ ਦੀ ਵੀ ਨਾ ਮਿਲੇ, ਇਸ ਸਾਲ ਦੀ ਵੀ ਨਾ ਮਿਲੇ, ਤੇ ਇੰਨੀ ਸਰਕਾਰ ਕਿਸਾਨ ਦੀ ਕੈਪੈਸਿਟੀ ਨਹੀਂ ਹੈਗੀ ਕਿ ਉਹ ਆਪਣਾ ਪਰਿਵਾਰ ਪਾਲ ਸਕੇ, ਕਿਉਂਕਿ ਇੰਨਾ ਉਹਦੇ ਕੋਲ ਕੋਈ ਰਿਜ਼ਰਵ ਫੰਡ ਨਹੀਂ ਹੁੰਦਾ। ਉਹ ਤਾਂ ਪਹਿਲਾਂ ਖਾਦਾ ਹੁੰਦਾ ਜਿਸ ਬਾਅਦ ਵਿੱਚ ਵੇਚਣ ਕਰਦਾ। ਠੀਕ ਹੈ। ਉਹ ਫਤਿਹ ਸਿੰਘ ਬਾਜਵਾ ਹੁਣਾਂ ਦਾ ਸੰਪਰਕ ਸਾਡੇ ਨਾਲ ਟੁੱਟ ਗਿਆ। ਫਿਲਹਾਲ ਇੰਨਾ ਭਰੋਸਾ ਦਵਾ ਰਹੇ ਨੇ ਕਿ ਉਹ ਕਿਸਾਨਾਂ ਦੀ ਇਸ ਮੰਗ ਦੇ ਲਈ, ਕਿਸਾਨਾਂ ਦੇ ਪੈਸੇ ਦੇ ਲਈ ਸੰਘਰਸ਼ ਕਰਨਗੇ। ਹਾਲਾਂਕਿ ਉਹ ਆਪਦੇ ਹਲਕੇ ਦਾ ਜ਼ਿਕਰ ਕਰ ਰਹੇ ਨੇ ਕਿ ਅਸੀਂ ਜੇ ਪੇਮੈਂਟ ਨਾ ਹੋਈ ਤੇ ਆਪਦੇ ਹਲਕੇ ਦੀਆਂ ਸ਼ੂਗਰ ਮਿੱਲਾਂ ਨੂੰ ਤਾਲੇ ਜ਼ਰੂਰ ਲਾਵਾਂਗੇ। ਪੰਜਾਬ ਦੇ ਸੰਦਰਭ ਦੇ ਵਿੱਚ ਹਾਲਾਂਕਿ ਉਹ ਗੱਲ ਨਹੀਂ ਕਰ ਰਹੇ, ਪਰ ਉਹਨਾਂ ਨੇ ਲੈਟਰ ਲਿਖ ਕੇ ਇਸ ਮੁੱਦੇ ਨੂੰ ਚਰਚਾ ਦੇ ਵਿੱਚ ਜ਼ਰੂਰ ਲਿਆਂਦਾ ਹੈਗਾ ਕਿ ਜਿਹੜੇ ਕਿਸਾਨਾਂ ਦੇ ਹੱਕ ਦੇ ਵਿੱਚ ਵੱਡੇ ਫੈਸਲੇ ਲੈਣ ਦਾ ਦਾਅਵਾ ਕਰ ਰਹੀ ਸੀ ਸਰਕਾਰ, ਉਹ ਸਰਕਾਰ ਕਿਸ ਤਰ੍ਹਾਂ ਪੇਮੈਂਟ ਦੱਬੀ ਬੈਠੀ ਹੈ ਔਰ ਖਾਸ ਤੌਰ ਤੇ ਆਪਣੇ ਐਮਐਲਏਆਂ ਦੀ ਵੀ ਸੁਣਵਾਈ ਨਹੀਂ ਹੋ ਰਹੀ। ਆਖਿਰਕਾਰ ਉਹਨਾਂ ਨੂੰ ਲੈਟਰ ਲਿਖ ਕੇ ਕਿਸਾਨਾਂ ਦੇ ਮੁੱਦੇ ਜਿਹੜੇ ਹੈਗੇ ਨੇ ਉਹ ਰੌਸ਼ਨੀ ਦੇ ਵਿੱਚ ਲੈ ਕੇ ਆਉਣੇ ਪੈ ਰਹੇ ਨੇ। ਸਰਕਾਰ ਦੇ ਉੱਤੇ ਪ੍ਰੈਸ਼ਰ ਬਿਲਡ ਕਰਨ ਦਾ ਇੱਕ ਸਹਾਰਾ ਉਹਨਾਂ ਨੂੰ ਲੈਟਰ ਦੇ ਜ਼ਰੀਏ ਲੈਣਾ ਪੈ ਰਿਹਾ ਹੈ ਕਿ ਕਿਸਾਨਾਂ ਦੀ ਜਿਹੜੀ ਗੰਨੇ ਦੀ ਕਾਸ਼ਤ ਕਰ ਰਹੇ ਕਿਸਾਨਾਂ ਦੀ ਪੇਮੈਂਟ ਹੈਗੀ ਉਹ ਜਲਦੀ ਕੀਤੀ ਜਾਵੇ। ਫਿਲਹਾਲ ਬਾਜਵਾ ਸਾਹਿਬ ਦਾ ਸੰਪਰਕ ਟੁੱਟ ਚੁੱਕਾ ਹੈ। ਚੀਮਾ ਸਾਹਿਬ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਸਮਾਂ ਦੇਣ ਦੇ ਲਈ। ਸਤਨਾਮ ਬਾੜੂ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਸਾਡੇ ਨਾਲ ਗੱਲ ਕਰਨ ਦੇ ਲਈ।